खुदा दे कलाम दे वल जावांगे ते परमेश्वर दा धन्नवाद करांगे। हालेलुया। ते किहड़े-किहड़े मेरे भैन भरा ने जिहड़े अज दे कलाम दे लई रेडी ने, तैयार ने कि कुछ खुदा अज नवां करेगा, क्योंकि जिहड़ा टॉपिक है ये शायद परमेश्वर वालों मैनूं अज मिलिआ कि मैं तुहाडे नाल इस वचन नूं जिहड़ा रूबरू होके शेयर कर सकां कि ये मैनूं भी नहीं पता सीगा कि परमेश्वर मेरे तो अज तुहाडे नाल की गलबात कराउणी चाह रहा, पर ये शायद परमेश्वर का जिहड़ा एक वादा सी जिन्होंने शायद मे बी मैं ਜਾਂ ਅਸੀਂ भुल चुके ਸੀਗੇ, पर अज फिर भी एक बार फिर तो रिमाइंड कराया परमेश्वर ने, तो मैं उस वचन नूं तुहाडे विच अज शेयर करांगा। हालेलुया। ते अज दा जिहड़ा मेरा टॉपिक है वो बड़ा इंटरस्टिंग है। हालेलुया। वो टॉपिक बड़ा इंटरस्टिंग है। वो टॉपिक का नाम मैं तुहानूं दसांगा। वो टॉपिक का नाम है कि वैन यू डोंट नो what to do then ask Lord। कि ਜਦੋਂ ਤੁਹਾਨੂੰ ਪਤਾ ਨਹੀਂ ਹੁੰਦਾ ਕਿ ਪਰਮੇਸ਼ਰ ਸਾਨੂੰ ਕੀ ਕਰਨ ਦੀ ਜ਼ਰੂਰਤ ਹੈ, ਸਾਨੂੰ ਪਤਾ ਨਹੀਂ ਹੁੰਦਾ ਅਸੀਂ ਕੀ ਕਰਨਾ ਹੈ ਤੇ ਅਸੀਂ ਕਨਫਿਊਜ਼ ਹੁੰਨੇ ਆ। ਠੀਕ ਹੈ, ਸਾਨੂੰ ਅਸੀਂ ਕਨਫਿਊਜ਼ ਹੋ ਜਾਂਦੇ ਆ, ਸਾਨੂੰ ਪਤਾ ਹੀ ਨਹੀਂ ਅਸੀਂ ਕਰਨਾ ਕੀ ਹੈ, ਤੇ ਉਸ ਸਮੇਂ ਕੀ ਹੈ ਜ਼ਰੂਰਤ ਹੈ ਸਾਨੂੰ ਪਰਮੇਸ਼ਰ ਨੂੰ ਪੁੱਛਣ ਦੀ ਜਾਂ ਪਰਮੇਸ਼ਰ ਨੂੰ ਆਖਣ ਦੀ। ਕਿਉਂਕਿ ਜਦੋਂ ਵੀ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਕਈ ਵਾਰ ਹਾਲਾਤ ਆਉਂਦੇ ਨੇ ਇਸ ਤਰ੍ਹਾਂ ਦੇ, ਕੋਈ ਵੀ ਰੁਕਾਵਟ, ਕੋਈ ਵੀ ਗੱਲਬਾਤ ਜਿੱਥੇ ਸਾਡੇ ਸਾਰੇ ਸਾਥ ਛੱਡ ਜਾਂਦੇ ਨੇ ਤੇ ਜਿੱਥੇ ਸਾਨੂੰ ਸਮਝ ਨਹੀਂ ਆਉਂਦੀ ਕਿ ਇਸ ਸਮੇਂ ਅਸੀਂ ਕੀ ਕਰੀਏ, ਜਾਂ ਸਾਨੂੰ ਕੋਈ ਹੋਪ ਹੀ ਨਹੀਂ ਮਿਲ ਰਹੀ ਹੁੰਦੀ, ਕੋਈ ਸਾਨੂੰ ਇਸ ਤਰ੍ਹਾਂ ਦੀ ਕੋਈ ਜਿਹੜੀ ਚੀਜ਼ ਹੈ ਜਿਹੜੀ ਨਹੀਂ ਮਿਲ ਰਹੀ ਹੁੰਦੀ ਕਿ ਜਿਸ ਨੂੰ ਅਸੀਂ ਲੋਕਾਂ ਦੇ ਵਿੱਚ ਜਾ ਕੇ ਦੱਸ ਸਕੀਏ, ਤਾਂ ਉਸੇ ਸਮੇਂ ਸਾਨੂੰ ਇੱਕ ਜ਼ਰੂਰਤ ਹੁੰਦੀ ਹੈ ਜਿਸ ਸਮੇਂ ਅਸੀਂ ਸਾਰੀਆਂ ਚੀਜ਼ਾਂ ਨੂੰ ਭੁੱਲ ਜਾਂਦੇ ਹਾਂ। ਸਾਡੇ ਦਿਮਾਗ ਜਿਹੜੀ ਬੁੱਧ ਹੈ ਉਹ ਬੰਦ ਹੋ ਜਾਂਦੀ ਹੈ, ਉਹ ਸੋਚਣ ਸ਼ਕਤੀ ਖਤਮ ਹੋ ਜਾਂਦੀ ਹੈ। ਪਰ ਉਸ ਸੋਚ ਦੇ ਵਿੱਚੋਂ ਮਸੀਹ ਦੇ ਵਿੱਚ ਰਹਿ ਕੇ ਅਸੀਂ ਇੱਕ ਚੀਜ਼ ਸਿੱਖ ਸਕਦੇ ਹਾਂ। ਉਹ ਅਸੀਂ ਬਿਹਤਰ ਚੀਜ਼ ਕੀ ਸਿੱਖ ਸਕਦੇ ਹਾਂ ਕਿ ਅਸੀਂ ਪਰਮੇਸ਼ਰ ਨੂੰ ਪੁਕਾਰ ਸਕਦੇ ਹਾਂ। ਉਸ ਸਮੇਂ ਦੇ ਵਿੱਚ ਅਸੀਂ ਪਰਮੇਸ਼ਰ ਨੂੰ ਪੁੱਛ ਸਕਦੇ ਹਾਂ ਕਿ ਪਰਮੇਸ਼ਰ ਤੂੰ ਦੱਸ ਜਾਂ ਤੁਸੀਂ ਦੱਸੋ ਕਿ ਮੇਰੀ ਜ਼ਿੰਦਗੀ ਦੇ ਵਿੱਚ ਅਗਲਾ ਕਦਮ ਮੈਂ ਕੀ ਲੈਣਾ। ਜਦੋਂ ਮੇਰੀਆਂ ਸੋਚਾਂ ਖਤਮ ਹੋ ਗਈਆਂ ਨੇ, ਹੁਣ ਮੇਰੀਆਂ ਜਿਹੜੀਆਂ ਸੋਚਾਂ ਨੇ ਉਹ ਖਤਮ ਹੋ ਚੁੱਕੀਆਂ ਨੇ, ਤੇ ਅਗਲਾ ਹੁਣ ਜਿਹੜਾ ਕਦਮ ਹੈ ਉਹ ਮੈਂ ਲੈਣਾ। ਪਰਮੇਸ਼ਰ ਮੇਰੀ ਮਦਦ ਕਰੋ ਕਿ ਮੈਂ ਉਹ ਸਟੈਪ ਨੂੰ ਕਿਸ ਤਰ੍ਹਾਂ ਲੈਣਾ। ਤੇ ਮੈਂ ਜਿਵੇਂ ਕਿ ਵਚਨ ਦੇ ਵਿੱਚ ਵੀ ਲਿਖਿਆ, ਮੈਂ ਇੱਕ ਵਚਨ ਬੜਾ ਸਿੰਪਲ ਜਿਹਾ ਵਚਨ ਹੈ, ਸਭ ਨੂੰ ਵਚਨ ਦੇ ਬਾਰੇ ਬਾਖੂਬੀ ਪਤਾ ਹੈ। ਇਸ ਵਚਨ ਦੇ ਬਾਰੇ ਇੱਕ ਸਿੰਪਲ ਵਚਨ ਹੈ, ਪਰ ਇਹਦੀ ਡੂੰਘਾਈ अगर ਅਸੀਂ ਦੇਖੀਏ ਤੇ ਬਹੁਤ ਬਿਹਤਰ ਹੈ। ਅਸੀਂ ਇਸ ਵਚਨ ਦੀ ਡੂੰਘਾਈ ਨੂੰ ਦੇਖਾਂਗੇ, ਅੱਜ ਦੇਖਦੇ ਹਾਂ, ਜਾਣਦੇ ਹਾਂ ਉਸ ਵਚਨ ਦੇ ਵਿੱਚੋਂ ਕਿ ਸਾਨੂੰ ਕੀ ਕੁਛ ਜਿਹੜਾ ਪਰਮੇਸ਼ਰ ਦਾ ਇੱਕ ਵਾਅਦਾ ਹੈ, ਜਦੋਂ ਅਸੀਂ ਸਾਰੀਆਂ ਸੋਚਾਂ ਸਾਡੀਆਂ ਖਤਮ ਹੋ ਜਾਣ ਤੇ ਉਸ ਵਾਅਦੇ ਨੂੰ ਯਾਦ ਕਰਕੇ ਅਸੀਂ ਕਿਵੇਂ ਆਪਣੀ ਸੋਚ ਨੂੰ ਇੱਕ ਤਰੋਤਾਜ਼ਾ ਕਰ ਸਕਦੇ ਹਾਂ, ਜਿੱਥੇ ਅਸੀਂ ਵਿਸ਼ਵਾਸ ਕਰ ਸਕਦੇ ਹਾਂ ਯੈਸ ਕਿ ਲਾਰਡ ਅੱਜ ਗਾਈਡ ਕਰੂਗਾ ਸਾਨੂੰ। ਹਾਲੇਲੂਇਆ। ਤੇ ਉਹ ਵਚਨ ਮੈਥਿਊ ਮਤੀ ਦੀ ਅੰਜੀਲ ਉਹਦੇ 7 ਅਧਿਆਏ ਉਹਦੀ 7 ਚੈਪਟਰ 7 ਆਇਤ ਦੇ ਵਿੱਚ ਮੈਂ ਪੜਾਂਗਾ। 7 ਦੀ 7 ਦੇ ਵਿੱਚ ਮੈਥਿਊ ਮਤੀ ਦੀ ਅੰਜੀਲ ਉਹਦੀ 7 ਦੀ 7 ਦੇ ਵਿੱਚ ਮੈਂ ਪੜਾਂਗਾ। ਉਹਦੇ ਵਿੱਚ ਕੀ ਲਿਖਿਆ ਹੈ? ਕਹਿੰਦਾ ਹੈ ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ, ਢੂੰਡੋ ਤਾਂ ਤੁਹਾਨੂੰ ਲੱਭੇਗਾ, ਖੜਕਾਓ ਤਾਂ ਤੁਹਾਡੇ ਲਈ ਖੋਲਿਆ ਜਾਵੇਗਾ। ਵਚਨ ਬੜਾ ਸਿੰਪਲ ਹੈ, ਪਰ ਦੇਖਿਆ ਜਾਵੇ ਜਿਹਦੀ ਡੂੰਘਾਈ, ਜੇ ਇਹਦੀ ਰੂਹ ਦੇ ਨਾਲ ਇਸ ਨੂੰ ਵਚਨ ਨੂੰ ਪੜਿਆ ਜਾਵੇ ਤੇ ਵਚਨ ਦੇ ਵਿੱਚ ਇੱਕ ਵਾਅਦਾ ਪਰਮੇਸ਼ਰ ਦਾ। ਇਹ ਕਹਿਣਾ ਆਸਾਨ ਨਹੀਂ ਹੈਗਾ ਇਨਸਾਨ ਦੇ ਲਈ, ਜਿਵੇਂ ਪ੍ਰਭੂ ਯਿਸੂ ਮਸੀਹ ਨੇ ਵੀ ਕਿਹਾ ਸੀ ਕਿ ਇਹ ਕਹਿਣਾ ਆਸਾਨ ਨਹੀਂ ਕਿ ਜਾ ਤੇਰੇ ਪਾਪ ਮਾਫ ਹੋਏ। ਇਹ ਕਹਿਣਾ ਆਸਾਨ ਨਹੀਂ ਹੈਗਾ। ਤੇ ਇਸੇ ਤਰ੍ਹਾਂ ਵਚਨ ਵੀ ਲਿਖਿਆ ਹੈ, ਇਹ ਵਚਨ ਦੇ ਵਿੱਚ ਵੀ ਕਿਹਾ ਗਿਆ ਪਰਮੇਸ਼ਰ ਦਾ ਇੱਕ ਵਾਅਦਾ, ਕਿਉਂਕਿ ਵਚਨ ਦੇ ਵਿੱਚ ਕਿਹਾ ਗਿਆ ਕਿ ਦੁਨੀਆ ਦੀ ਹਰ ਚੀਜ਼, ਆਕਾਸ਼ ਤੇ ਧਰਤੀ ਵੀ ਜਿਹੜੀਆਂ ਨੇ ਟਲ ਜਾਣਗੀਆਂ, ਠੀਕ ਹੈ, ਖਤਮ ਹੋ ਜਾ ਸਕਦੀਆਂ ਨੇ, ਪਰ ਇੱਕ ਚੀਜ਼ ਹੈ ਜਿਹੜੀ ਨਾ ਟਲੇ ਨਾ ਖਤਮ ਹੋਵੇ। ਉਹ ਕੀ ਹੈ? ਉਹ ਪਰਮੇਸ਼ਰ ਦਾ ਵਚਨ ਹੈ। ਤੇ ਵਚਨ ਪਰਮੇਸ਼ਰ ਦੀ ਪਵਿੱਤਰ ਬਾਈਬਲ ਦੇ ਵਿੱਚੋਂ ਆ, ਮੇਰੇ ਆਪਣੇ ਲਫ਼ਜ਼ ਨਹੀਂ ਹੈਗੇ। ਉਹ ਕੀ ਕਹਿ ਰਹੇ ਨੇ ਵਚਨ ਦੇ ਵਿੱਚ? ਕੀ ਕਹਿ ਰਿਹਾ ਪਰਮੇਸ਼ਰ ਆ ਕਿ ਮੰਗੋ ਤੇ ਦਿੱਤਾ ਜਾਵੇਗਾ ਤੁਹਾਨੂੰ। ਅੱਜ ਕਿੰਨੇ ਮੇਰੇ ਭੈਣ ਭਰਾ ਨੇ ਜਿਹੜੇ ਮੰਗ ਰਹੇ ਨੇ ਉਸ ਪਰਮੇਸ਼ਰ ਤੋਂ ਬੁੱਧ, ਉਸ ਪਰਮੇਸ਼ਰ ਤੋਂ ਸੋਚ, ਜਿਹੜੀ ਸੋਚ ਤੁਹਾਡੇ ਅੱਜ ਹਾਲਾਤਾਂ ਦੇ ਵਿੱਚ ਤੁਹਾਨੂੰ ਜੂਝ ਰਹੀ ਹੈ ਜਾਂ ਰੁਕਾਵਟ ਪਾ ਰਹੀ ਹੈ, ਜਿੱਥੇ ਤੁਹਾਡੀ ਆਪਣੀ ਸੋਚ ਖਤਮ ਹੋ ਚੁੱਕੀ ਹੈ, ਜਿੱਥੇ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਨੇ ਕਿ ਤੁਹਾਨੂੰ ਕੁਝ ਨਹੀਂ ਸਮਝ ਆ ਰਿਹਾ ਜਾਂ ਤੁਹਾਨੂੰ ਕੁਝ ਨਹੀਂ ਪਤਾ ਲੱਗ ਰਿਹਾ। ਅੱਜ ਉਸ ਹਾਲਾਤਾਂ ਦੇ ਵਿੱਚ ਪਰਮੇਸ਼ਰ ਦਾ ਵਾਅਦਾ ਤੁਹਾਡੇ ਨਾਲ ਖੜਿਆ ਹੈ ਤੇ ਤੁਹਾਨੂੰ ਪੁੱਛ ਰਿਹਾ ਹੈ, ਉਹ ਤੁਹਾਨੂੰ ਕਹਿ ਰਿਹਾ ਅੱਜ ਕਿ ਮੰਗੋ ਤੇ ਤੁਹਾਨੂੰ ਦਿੱਤਾ ਜਾਵੇਗਾ। ਅੱਜ ਉਹ ਸਮਾਂ ਪਰਮੇਸ਼ਰ ਤੁਹਾਨੂੰ ਕਹਿ ਰਿਹਾ ਮੰਗੋ ਤੇ ਦਿੱਤਾ ਜਾਵੇਗਾ, ਪਰ ਮੰਗਣਾ ਵਿਸ਼ਵਾਸ ਨਾਲ ਹੈ। ਮੰਗਣਾ ਵਿਸ਼ਵਾਸ ਨਾਲ ਹੈ। ਇਹ ਜਿਹੜੇ ਹਾਲਾਤ ਨੇ ਇਸ ਸਮੇਂ ਦੇ, ਸਾਡੀ ਸੋਚਾਂ ਦੇ, ਸਾਡੀ ਬੁੱਧ ਦੇ, ਜਾਂ ਸਾਡੇ ਇਸ ਸਮੇਂ ਦੇ ਕੰਮ ਦੇ ਹਾਲਾਤ ਹੋ ਸਕਦੇ ਨੇ, ਸਾਡੇ ਵੀਜ਼ੇ ਦੀ ਰੁਕਾਵਟ ਕੰਮ ਹੋ ਸਕਦਾ ਹੈ, ਜਾਂ ਸਾਡੀ ਫੈਮਿਲੀ ਪ੍ਰੋਬਲਮ ਹੋ ਸਕਦੀ ਹੈ, ਕਿਸੇ ਵੀ ਤਰ੍ਹਾਂ ਦੇ ਹਾਲਾਤ ਨੇ ਜਿੱਥੇ ਅੱਜ ਕੋਈ ਇਸ ਹਾਲਾਤ ਦੇ ਵਿੱਚ ਬੈਠੇ ਨੇ ਮੇਰੇ ਭੈਣ ਭਰਾ, ਜਿੱਥੇ ਉਹਨਾਂ ਦੀ ਉਮੀਦ ਹੈ ਜਿਹੜੀ ਖਤਮ ਹੋ ਚੁੱਕੀ ਹੈ, ਟੁੱਟ ਚੁੱਕੇ ਨੇ, ਅੰਦਰੋਂ ਬਿਲਕੁਲ ਖਤਮ ਹੋ ਚੁੱਕੇ ਨੇ। ਉਹਨਾਂ ਨੂੰ ਸਮਝ ਨਹੀਂ ਆ ਰਿਹਾ ਕਿ ਅਸੀਂ ਅੱਗੇ ਕਰਨਾ ਕੀ ਹੈ, ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਅਸੀਂ ਅੱਗੇ ਕਰਨਾ ਕੀ ਹੈ।
ਪਰ ਅੱਜ ਵਚਨ ਕਹਿ ਰਿਹਾ ਕਿ ਤੂੰ ਮੰਗ, ਮੈਂ ਤੈਨੂੰ ਦੇਵਾਂਗਾ। ਤੂੰ ਮੰਗ, ਮੈਂ ਤੈਨੂੰ ਦੇਵਾਂਗਾ। ਇਹ ਵਚਨ ਕਹਿ ਰਿਹਾ, ਮੇਰੇ ਆਪਣੇ ਲਫ਼ਜ਼ ਨਹੀਂ ਹੈਗੇ। ਇਹ ਪਰਮੇਸ਼ਰ ਦਾ ਵਾਅਦਾ ਹੈ ਕਿ ਜਿੱਥੇ ਤੇਰੀ ਸੋਚ ਖਤਮ ਹੈ, ਮੈਂ ਤੇਰੇ ਤੋਂ ਉਸ ਚੀਜ਼ ਤੋਂ ਮੈਂ ਸ਼ੁਰੂ ਕਰਦਾ। ਜਿੱਥੇ ਸਾਡੀਆਂ ਸੋਚਾਂ ਖਤਮ ਹੁੰਦੀਆਂ ਨੇ, ਸਾਡੇ ਪਲਾਨ ਖਤਮ ਹੁੰਦੇ ਨੇ, ਜਾਂ ਸਾਡੀਆਂ ਚੀਜ਼ਾਂ ਨੇ ਜਿਹੜੀਆਂ ਅਸੀਂ ਸੋਚਦੇ ਹਾਂ ਜਾਂ ਅਸੀਂ ਤੁਰਨ ਦੀ ਕੋਸ਼ਿਸ਼ ਕਰਦੇ ਹਾਂ ਜਲਦੀ ਦੇ ਵਿੱਚ, ਉੱਥੇ ਉਹ ਖਤਮ ਹੋ ਜਾਂਦੀ ਹੈ। ਪਰ ਪਰਮੇਸ਼ਰ ਦੀ ਸੋਚ ਉੱਥੋਂ ਹੀ ਸ਼ੁਰੂ ਹੁੰਦੀ ਹੈ। ਹਾਲੇਲੂਇਆ। ਇਹ ਪਰਮੇਸ਼ਰ ਦਾ ਇੱਕ ਨਵਾਂ ਵਾਅਦਾ ਹੈ ਜਿਹੜਾ ਸਾਨੂੰ ਸਭ ਨੂੰ ਪਤਾ ਹੈ, ਪਰ ਅਸੀਂ ਇਸ ਵਚਨ ਦੀ ਜਦੋਂ ਡੂੰਘਾਈ ਨੂੰ ਨਹੀਂ ਜਾਣ ਪਾਉਂਦੇ। ਅਸੀਂ ਇਸ ਵਚਨ ਨੂੰ ਸਿਰਫ ਸਿੰਪਲ ਪੜ੍ਹਦੇ ਹਾਂ ਕਿ ਹਾਂ ਮੰਗੋ ਤੇ ਦਿੱਤਾ ਜਾਵੇਗਾ। ਮੰਗ ਤਾਂ ਲੈਂਦੇ ਹਾਂ, ਦਿੱਤਾ ਜਾਊਗਾ ਪਤਾ ਨਹੀਂ ਜਾਊਗਾ, ਚਲੋ ਇੱਕ ਵਾਰ ਮੰਗ ਕੇ ਦੇਖ ਲੈਂਦੇ ਹਾਂ। ਪਰ ਨਹੀਂ, ਵਚਨ ਦੀ ਡੂੰਘਾਈ ਨੂੰ ਜਦੋਂ ਜਾਣਦੇ ਆ ਨਾ, ਪਰਮੇਸ਼ਰ ਦੇ ਵਾਅਦੇ ਨੂੰ ਦੇਖਦੇ ਅਸੀਂ ਕਿ ਦੁਨੀਆ ਦੀ ਹਰ ਚੀਜ਼ ਟਲ ਜੂਗੀ, ਉਹਦਾ ਵਚਨ ਨਹੀਂ ਟਲਦਾ। ਤੇ ਜਦੋਂ ਹਰ ਚੀਜ਼ ਟਲ ਸਕਦੀ, ਉਹਦਾ ਵਚਨ ਨਹੀਂ ਟਲਦਾ, ਤੇ ਕਿਉਂ ਨਹੀਂ ਸਾਨੂੰ ਜ਼ਰੂਰਤ ਅਸੀਂ ਵਿਸ਼ਵਾਸ ਕਰੀਏ? ਕਿਉਂ ਅਸੀਂ ਆਪਣੇ ਮਨਾਂ ਦੀਆਂ ਸੋਚਾਂ ਤੋਂ ਡੋਲਦੇ ਹਾਂ? ਸਾਨੂੰ ਡੋਲਣ ਦੀ ਜ਼ਰੂਰਤ ਨਹੀਂ। ਸਾਨੂੰ ਆਪਣੇ ਸੋਚਾਂ, ਆਪਣੀ ਬੁੱਧ ਪਰਮੇਸ਼ਰ ਤੋਂ ਮੰਗਣ ਦੀ ਜ਼ਰੂਰਤ ਹੈ। ਸਿਰਫ ਸਾਨੂੰ, ਅਗਰ ਜਿਹੜਾ ਸਾਡਾ ਪਰਮੇਸ਼ਰ ਮੁਕਤੀ ਦਾਤਾ ਹੈ, ਅਗਰ ਅਸੀਂ ਉਹ ਤੋਂ ਹੱਥ ਫੈਲਾ ਕੇ ਅਸੀਂ ਕੁਝ ਮੰਗਾਂਗੇ, ਕੀ ਇਹ ਸਾਨੂੰ ਨਹੀਂ ਦੇਵੇਗਾ ਜਿਹਨੇ ਸਾਨੂੰ ਮੁਕਤੀ ਦਿੱਤੀ ਹੈ? ਆਓ ਅਸੀਂ ਇੱਕ ਵਚਨ ਦੇਖਦੇ ਹਾਂ। ਇਹਦੇ ਵਿੱਚ ਬੜਾ ਇੰਟਰਸਟਿੰਗ ਜਿਹਾ ਵਚਨ ਹੈ। ਅਸੀਂ ਇਸ ਕਹਾਣੀ ਨੂੰ ਇੱਕ ਕਹਾਣੀ ਦੇ ਤਰੀਕੇ ਅੱਜ ਦਾ ਵਚਨ ਹੈ ਜਿਹੜਾ ਅਸੀਂ ਦੇਖਾਂਗੇ। ਆਓ ਅਸੀਂ ਹੁਣ ਅੱਗੇ ਇੱਕ ਵਚਨ ਨੂੰ ਪੜਾਂਗੇ। ਜ਼ਬੂਰਾਂ ਦੀ ਪੋਥੀ ਦੇ ਵਿੱਚ ਜਾਵਾਂਗੇ ਅਸੀਂ। ਜ਼ਬੂਰਾਂ ਦੀ ਪੋਥੀ ਉਹਦੇ 25 ਚੈਪਟਰ ਦੀ, ਠੀਕ ਹੈ, 25 ਚੈਪਟਰ ਉਹਦੀ 4 ਤੇ 5 ਵਚਨ ਨੂੰ ਆਪਾਂ ਦੇਖਾਂਗੇ ਕਿ ਵਚਨ ਪਰਮੇਸ਼ਰ ਦਾ ਕੀ ਕਹਿ ਰਿਹਾ ਤੁਹਾਡੇ ਲਈ। ਹਾਲੇਲੂਇਆ। ਉਹ ਮੁਕਤੀ ਦਾਤਾ ਹੈ। ਅਸੀਂ ਉਸ ਵਚਨ ਨੂੰ ਦੇਖਾਂਗੇ ਕਿ ਵਚਨ ਸਾਨੂੰ ਕੀ ਕਹਿ ਰਿਹਾ। ਜ਼ਬੂਰਾਂ ਦੀ ਪੋਥੀ ਉਹਦਾ 25 ਚੈਪਟਰ ਦੀ 4 ਤੇ 5 ਆਇਤ ਦੇ ਵਿੱਚ ਕੀ ਲਿਖਿਆ? ਐ ਯਹੋਵਾ ਆਪਣੇ ਰਾਹ ਨੂੰ ਵਿਖਾਲ ਅਤੇ ਆਪਣੇ ਮਾਰਗ ਮੈਨੂੰ ਸਿਖਾਲ। ਆਪਣੀ ਸੱਚਾਈ ਵਿੱਚ ਮੇਰੀ ਅਗਵਾਈ ਕਰ ਅਤੇ ਮੈਨੂੰ ਸਿਖਾਲ, ਕਿਉਂ ਜੋ ਤੂੰ ਮੇਰਾ ਮੁਕਤੀ ਦਾਤਾ ਪਰਮੇਸ਼ਰ ਹੈ। ਸਾਰਾ ਦਿਨ ਮੈਂ ਤੈਨੂੰ ਤੱਕਦਾ ਰਹਿੰਦਾ ਹਾਂ। ਹਾਲੇਲੂਇਆ। ਇਹ ਪਰਮੇਸ਼ਰ ਦਾ ਇੱਕ ਫਿਰ ਤੋਂ ਅਸੀਂ ਵਚਨ ਦੇਖ ਰਹੇ ਹਾਂ ਕਿ ਅਸੀਂ ਪਰਮੇਸ਼ਰ ਦੇ ਅੱਗੇ ਅੱਜ ਪੁਕਾਰੀਏ ਕਿ ਪਰਮੇਸ਼ਰ ਮੈਨੂੰ ਆਪਣਾ ਰਾਹ ਦਿਖਾ, ਕਿ ਪਰਮੇਸ਼ਰ ਮੈਨੂੰ ਸਿਖਾਲ। ਤੂੰ ਮੇਰਾ ਮੁਕਤੀ ਦਾਤਾ ਪਰਮੇਸ਼ਰ ਹੈ ਕਿ ਮੈਂ ਸਿਰਫ ਤੈਨੂੰ ਹੀ ਤੱਕਦਾ ਰਵਾਂ ਹਰ ਸਮੇਂ। ਜਦੋਂ ਅਸੀਂ ਹਾਲਾਤਾਂ ਦੇ ਵਿੱਚ ਮਾੜੇ ਹੁੰਨੇ ਆ, ਜਿੱਥੇ ਸਾਡੀਆਂ ਸੋਚਾਂ ਆਪਣੀਆਂ ਖਤਮ ਹੋ ਜਾਂਦੀਆਂ, ਅਸੀਂ ਇੰਨੀ ਕੁ ਰੁਕਾਵਟ ਦੇ ਵਿੱਚ ਆ ਜਾਂਦੇ ਆ, ਇੰਨੀ ਕੁ ਘੁੱਟਣ ਦੇ ਵਿੱਚ ਹੋ ਜਾਂਦੇ ਆ, ਇੰਨੇ ਕੁ ਮਰਨ ਦੇ ਕੰਢੇ ਹੁੰਨੇ ਆ ਕਿ ਸਾਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਹੁੰਦਾ। ਅਸੀਂ ਆਤਮਿਕ ਤੌਰ ਤੇ ਵੀ ਮਰ ਰਹੇ ਹਾਂ, ਅਸੀਂ ਸਰੀਰਕ ਤੌਰ ਤੇ ਵੀ ਉਸ ਸਮੇਂ ਮਰ ਰਹੇ ਹੁੰਨੇ ਆ। ਪਰ ਉਸ ਸਮੇਂ ਇੱਕ ਤਸੱਲੀ ਹੈ ਜਿਹੜੀ ਸਾਨੂੰ ਪਰਮੇਸ਼ਰ ਦੇ ਰਿਹਾ। ਕੀ ਕਦੇ ਕਿਸੇ ਨੇ ਇਹ ਯਾਦ ਕੀਤਾ ਕਿ ਪਰਮੇਸ਼ਰ ਦੇ ਵਾਅਦੇ ਕੀ ਨੇ? ਜਾਂ ਕਿਸੇ ਨੇ ਇਹ ਯਾਦ ਕੀਤਾ ਕਿ ਪਰਮੇਸ਼ਰ ਨੇ ਸਾਡੇ ਨਾਲ ਕੀ ਵਾਅਦਾ ਕੀਤਾ ਸੀ? ਜਾਂ ਪਰਮੇਸ਼ਰ ਇਸ ਵਚਨ ਦੇ ਵਿੱਚ ਸਾਨੂੰ ਕੀ ਕਹਿ ਰਿਹਾ? ਪਰਮੇਸ਼ਰ ਸਾਨੂੰ ਕੀ ਕਹਿ ਰਿਹਾ ਕਿ ਅਸੀਂ ਪਰਮੇਸ਼ਰ ਨੂੰ ਕਹੀਏ ਕਿ ਸਾਨੂੰ ਆਪਣੀ ਸੱਚਾਈ ਤੇ ਚਲਾ? ਕਦੇ ਅਸੀਂ ਪਰਮੇਸ਼ਰ ਨੂੰ ਇਹ ਗੱਲ ਕਹੀ ਹੈ ਕਿ ਸਾਨੂੰ ਆਪਣੀ ਸੱਚਾਈ ਤੇ ਚਲਾ? ਅਗਰ ਸੱਚਾਈ ਤੇ ਚੱਲਦੇ ਹੋਏ ਵੀ ਰੁਕਾਵਟਾਂ ਦੂਰ ਨਹੀਂ ਹੋ ਰਹੀਆਂ, ਕਮੀ ਪਰਮੇਸ਼ਰ ਦੇ ਵਿੱਚ ਨਹੀਂ, ਕਮੀ ਸਾਡੇ ਵਿੱਚ ਹੈ। ਅਗਰ ਸਾਡੇ ਵਿੱਚ ਕੋਈ ਹਾਲਾਤ ਗਲਤ ਹੋ ਰਹੇ ਨੇ, ਜਾਂ ਅਸੀਂ ਹਾਲਾਤਾਂ ਦੇ ਨਾਲ ਹਜੇ ਵੀ ਜੂਝ ਰਹੇ ਹਾਂ, ਹਜੇ ਵੀ ਉਸ ਸਪੀਡ ਨੂੰ ਜਿਹੜਾ ਸਲੋ ਕਰ ਰਹੇ ਹਾਂ, ਤਾਂ ਰੁਕਾਵਟ ਸਾਡੇ ਵਿੱਚ ਹੈ, ਉਸ ਪਰਮੇਸ਼ਰ ਦੇ ਵਿੱਚ ਨਹੀਂ। ਪਰਮੇਸ਼ਰ ਦੇ ਤਾਂ ਵਾਅਦੇ ਨੇ, ਉਹ ਵਾਅਦੇ ਸੱਚੇ ਨੇ, ਉਹ ਝੂਠੇ ਵਾਅਦੇ ਨਹੀਂ ਹੈਗੇ। ਉਹ ਵਾਅਦੇ ਸੱਚੇ ਨੇ, ਝੂਠੇ ਨਹੀਂ ਹੈਗੇ। ਤੇ ਪਰਮੇਸ਼ਰ ਦੇ ਰਾਹਾਂ ਨੂੰ ਅਸੀਂ ਜਦੋਂ ਮੁਸੀਬਤ ਦੇ ਵਿੱਚ ਹੁੰਨੇ ਆ, ਅਸੀਂ ਕਿਸੇ ਰੁਕਾਵਟ ਦੇ ਵਿੱਚ ਹੁੰਨੇ ਆ, ਜਦੋਂ ਅਸੀਂ ਕਿਸੇ ਇਸ ਫੈਸਲੇ ਦੇ ਵਿੱਚ ਫਸ ਜਾਂਦੇ ਆ ਜਿੱਥੋਂ ਲੰਘਣ ਨੂੰ ਕੋਈ ਰਸਤਾ ਨਹੀਂ ਮਿਲਦਾ, ਕਿੰਨੇ ਜਣੇ ਭੈਣ ਭਰਾ ਨੇ ਜਿਹੜੇ ਸੱਚੇ ਮਨੋਂ ਉਸ ਸਮੇਂ ਬੈਠੇ ਨੇ? ਕਿਉਂਕਿ ਪਰਮੇਸ਼ਰ, ਮੈਂ ਇੱਕ ਚੀਜ਼ ਪੜ੍ਹ ਰਿਹਾ ਸੀ, ਇੱਕ ਬੁੱਕ ਪੜ੍ਹ ਰਿਹਾ ਸੀਗਾ, ਉਹਦੇ ਵਿੱਚ ਬੜੀ ਅੱਛੀ ਗੱਲ ਲਿਖੀ ਸੀ ਇਸ ਵਚਨ ਦੇ ਮੁਤਾਬਕ। ਬੜੀ ਸਿੰਪਲ ਤੇ ਅੱਛੀ ਗੱਲ ਲਿਖੀ ਸੀ। ਉਹ ਗੱਲ ਕੀ ਸੀਗੀ? ਉਹ ਗੱਲ ਇਸ ਤਰ੍ਹਾਂ ਸੀਗੀ, ਕਹਿੰਦੇ ਜਦੋਂ ਅਸੀਂ ਦੁੱਖ ਦੇ ਵਿੱਚ ਹੁੰਨੇ ਆ, ਅਸੀਂ ਰੱਬ ਰੱਬ ਕਰਕੇ ਪਰਮੇਸ਼ਰ ਨੂੰ ਮਨਾ ਲੈਂਦੇ ਆ ਕਿ ਪਰਮੇਸ਼ਰ, ਮੈਂ ਅੱਜ ਦੁੱਖ ਦੇ ਵਿੱਚ ਆ, ਮੈਂ ਜਿੰਨਾ ਹਾਲਾਤਾਂ ਦੇ ਵਿੱਚ ਆ, ਤੂੰ ਮੈਨੂੰ ਭੁੱਲ ਗਿਆ, ਮੈਨੂੰ ਯਾਦ ਕਰ, ਮੈਨੂੰ ਆਪਣਾ ਹੱਥ ਹੈ ਜਿਹੜਾ ਮਿਹਰ ਭਰਿਆ ਮੇਰੇ ਤੇ ਲੈ ਕੇ ਆ, ਕਿ ਮੈਨੂੰ ਉਹਨਾਂ ਹਾਲਾਤਾਂ ਤੋਂ ਬਾਹਰ ਲੈ ਕੇ ਆ। ਪਰ ਕਿੰਨੇ ਜਣੇ ਨੇ ਜਿਹੜੇ ਸੁੱਖ ਦੇ ਵਿੱਚ ਵੀ ਪਰਮੇਸ਼ਰ ਦਾ ਧੰਨਵਾਦ ਕਰਦੇ ਨੇ, ਕਹਿੰਦੇ ਨੇ ਕਿ ਪਰਮੇਸ਼ਰ ਤੇਰਾ ਸ਼ੁਕਰ ਹੈ, ਜਾਂ ਪਰਮੇਸ਼ਰ ਤੇਰਾ ਧੰਨਵਾਦ ਹੈ। ਜਦੋਂ ਹਾਲਾਤ ਮਾੜੇ ਹੁੰਦੇ ਨੇ, ਅਸੀਂ ਪਰਮੇਸ਼ਰ ਨੂੰ ਯਾਦ ਕਰਦੇ ਹਾਂ, ਬਿਲਕੁਲ ਯਾਦ ਕਰਦੇ ਹਾਂ। ਪਰ ਕਿੰਨੇ ਭੈਣ ਭਰਾ ਇਹ ਨੇ ਜਿਹੜੇ ਸੁੱਖ ਦੇ ਵਿੱਚ ਵੀ ਉਹਦੇ ਧੰਨਵਾਦ ਕਰਦੇ ਨੇ? ਕਿਉਂਕਿ ਪਰਮੇਸ਼ਰ ਦਾ ਵਚਨ ਕੀ ਕਹਿ ਰਿਹਾ ਹੈ, ਜਾਂ ਉਸ ਕਿਤਾਬ ਦੇ ਵਿੱਚ ਜਿੱਥੋਂ ਮੈਂ ਪੜ੍ਹੀ ਸੀ, ਇਹ ਚੀਜ਼ ਬੜੀ ਅੱਛੀ ਲੈਣ ਲੱਗੀ ਮੈਨੂੰ, ਕਿ ਜਦੋਂ ਅਸੀਂ ਦੁੱਖ ਦੇ ਵਿੱਚ ਪਰਮੇਸ਼ਰ ਨੂੰ ਯਾਦ ਕਰਦੇ ਹਾਂ, ਉਹ ਮੁਸੀਬਤ ਹੈ ਜਿਹੜੀ ਟਲ ਜਾਂਦੀ ਹੈ। ਜਦੋਂ ਅਸੀਂ ਦੁੱਖ ਦੇ ਵਿੱਚ ਯਾਦ ਕਰਦੇ ਹਾਂ ਪਰਮੇਸ਼ਰ ਨੂੰ, ਇਸ ਗੱਲ ਨਾਲ ਸਾਰੇ ਐਗਰੀ ਹੋ ਨਾ
ਕਿ ਜਦੋਂ ਅਸੀਂ ਦੁੱਖ 'ਚ ਪਰਮੇਸ਼ਰ ਨੂੰ ਯਾਦ ਕਰਦੇ ਹਾਂ ਮੁਸੀਬਤ ਟਲ ਜਾਂਦੀ ਹੈ। ਪਰ ਮੈਂ ਉਹਦੇ ਵਿੱਚੋਂ ਇੱਕ ਖਾਸ ਚੀਜ਼ ਪੋਜ਼ਿਟਿਵ ਸਿੱਖੀ। ਕਹਿੰਦੇ ਜੇ ਅਸੀਂ ਸੁੱਖ ਦੇ ਵਿੱਚ ਵੀ ਪਰਮੇਸ਼ਰ ਨੂੰ ਯਾਦ ਕਰਦੇ ਰਹੀਏ ਤਾਂ ਸ਼ਾਇਦ ਦੁੱਖ ਹੀ ਨਾ ਆਉਣ, ਸਾਡੇ ਉਹ ਰੁਕਾਵਟਾਂ ਪੜਨ ਹੀ ਨਾ। ਅਸੀਂ ਅਗਰ ਸੁੱਖ ਦੇ ਵਿੱਚ ਵੀ ਪਰਮੇਸ਼ਰ ਦੇ ਨਾਮ ਨੂੰ ਉਸੇ ਤਰ੍ਹਾਂ ਮਹਿਮਾ ਦਿੰਦੇ ਰਹੀਏ ਜਦੋਂ ਅਸੀਂ ਦੁੱਖ ਦੇ ਵਿੱਚ ਦਿੰਦੇ ਆ, ਤੇ ਪਰ ਮੁਸੀਬਤ ਕਦੇ ਸਾਡੇ ਤੇ ਆਵੇਗੀ ਨਹੀਂ। ਕਿਉਂਕਿ ਜਦੋਂ ਅਸੀਂ ਪਰਮੇਸ਼ਰ ਤੋਂ ਵਾਂਝੇ ਹੋ ਜਾਂਦੇ ਹਾਂ, ਅਸੀਂ ਪਰਮੇਸ਼ਰ ਤੋਂ ਦੂਰ ਹੋ ਜਾਂਦੇ ਆ, ਅਸੀਂ ਪਰਮੇਸ਼ਰ ਨੂੰ ਜਿਹੜੀ ਪਰਮੇਸ਼ਰ ਦੀ ਹਜ਼ੂਰੀ ਹੁੰਦੀ ਹੈ ਅਸੀਂ ਉਹ ਤੋਂ ਵੱਖ ਹੋ ਜਾਂਦੇ ਆ, ਉਸੇ ਸਮੇਂ ਸਾਡੇ ਹਾਲਾਤਾਂ ਨਾਲ ਅਸੀਂ ਜੂਝਣਾ ਸ਼ੁਰੂ ਕਰ ਦਿੰਦੇ ਆ। ਕਿਉਂਕਿ ਵਚਨ ਕਹਿੰਦਾ, ਜਿਵੇਂ ਲਾਸਟ ਸੰਡੇ ਵਚਨ ਵੀ ਹੋਇਆ ਸੀਗਾ, ਕਿ ਧਰਮੀਆਂ ਤੇ ਮੁਸੀਬਤਾਂ ਤਾਂ ਆਉਂਦੀਆਂ ਨੇ, ਕੋਈ ਸ਼ੱਕ ਨਹੀਂ ਇਹਦੇ ਵਿੱਚ ਕਿ ਮੁਸੀਬਤ ਨਹੀਂ ਆਉਂਦੀ, ਮੁਸੀਬਤ ਆਉਂਦੀ ਹੈ, ਪਰ ਮੁਸੀਬਤ ਨਾਲ ਸਾਨੂੰ ਲੜਨ ਦੀ ਇੱਕ ਸ਼ਕਤੀ ਹੈ, ਜਿਹੜੀ ਇੱਕ ਚੀਜ਼ ਹੈ ਉਹ ਸਾਨੂੰ ਦਿੱਤੀ ਗਈ ਹੈ। ਉਹਨੂੰ ਅਸੀਂ ਪਛਾਣਨਾ ਕਿਵੇਂ ਪਛਾਣ ਲਈਏ, ਅਸੀਂ ਦੇਖਣਾ ਉਸ ਚੀਜ਼ ਨੂੰ। ਸਾਡੇ ਕੋਲੇ ਸਭ ਤੋਂ ਵੱਡੀ ਤਾਕਤ ਇਸ ਸਮੇਂ ਦੀ ਪਵਿੱਤਰ ਬਾਈਬਲ ਦਿੱਤੀ ਗਈ ਹੈ। ਅਗਰ ਅਸੀਂ ਇਸ ਨੂੰ ਦਿਨ ਅਤੇ ਰਾਤ ਪੜਾਂਗੇ, ਅਗਰ ਅਸੀਂ ਇਸ ਨੂੰ ਦਿਨ ਅਤੇ ਰਾਤ ਪੜਾਂਗੇ, ਤੇ ਜਿਹੜੇ ਬੰਦ ਦਰਵਾਜ਼ੇ ਨੇ ਉਹ ਖੁੱਲ ਜਾਣਗੇ, ਇਹ ਜਿਹੜੇ ਹਾਲਾਤ ਨੇ ਉਹ ਸੁਧਰ ਜਾਣਗੇ। ਇਹ ਕਰੋਨਾ ਗੰਦੀ ਬਿਮਾਰੀ ਹੋਊਗੀ ਲੋਕਾਂ ਦੇ ਲਈ, ਸਾਡੇ ਲਈ ਨਹੀਂ ਹੈਗੀ। ਕਿਉਂਕਿ ਸਾਡਾ ਪਰਮੇਸ਼ਰ ਕਹਿੰਦਾ ਹੈ, ਮੈਂ ਤੁਹਾਡੇ ਸੰਗ ਖੜਿਆ, ਮੈਂ ਤੁਹਾਡੇ ਵਾਲਾਂ ਤਾਂ ਤੁਹਾਡਾ ਵਿਰੋਧੀ ਕੌਣ ਹੋ ਸਕਦਾ, ਤੁਹਾਡਾ ਵਿਰੋਧੀ ਕੌਣ ਹੋ ਸਕਦਾ। ਹਾਲੇਲੂਇਆ। ਇਹ ਪਰਮੇਸ਼ਰ ਦੇ ਕੰਮਾਂ ਨੂੰ ਯਾਦ ਕਰੋ, ਦੇਖੋ ਕਿ ਪਰਮੇਸ਼ਰ ਕਿੰਨਾ ਮਹਾਨ ਹੈ। ਉਹ ਸਾਡੇ ਦਰਵਾਜ਼ਿਆਂ ਨੂੰ, ਸਾਡੇ ਹਾਲਾਤਾਂ ਨੂੰ ਬਦਲਣ ਦੀ ਤਾਕਤ ਰੱਖਦਾ ਹੈ, ਉਹ ਸ਼ਕਤੀ ਰੱਖਦਾ ਹੈ, ਪਰ ਅਸੀਂ ਉਸ ਨੂੰ ਕਿਸ ਤਰ੍ਹਾਂ ਲੈ ਰਹੇ ਹਾਂ ਸਾਡੇ ਤੇ ਨਿਰਭਰ ਕਰ ਰਿਹਾ। ਜੇ ਸਾਡੀ ਸੋਚ ਅੱਜ ਖਤਮ ਹੋਈ ਹੈ ਤਾਂ ਉਸ ਸਮੇਂ ਪਰਮੇਸ਼ਰ ਨੂੰ ਪੁਕਾਰਨ ਦੀ ਜ਼ਰੂਰਤ ਹੈ। ਅਸੀਂ ਕੁਝ ਭੁੱਲ ਤਾਂ ਨਹੀਂ ਰਹੇ, ਉਸ ਸਮੇਂ ਸਾਨੂੰ ਯਾਦ ਕਰਨ ਦੀ ਜ਼ਰੂਰਤ ਹੈ, ਉਸ ਸਮੇਂ ਸਾਨੂੰ ਉਸ ਚੀਜ਼ ਨੂੰ ਰਿਮੈਂਬਰ ਕਰਨ ਦੀ ਜ਼ਰੂਰਤ ਹੈ ਕਿ ਹਾਂ, ਮੈਂ ਕਿਤੇ ਪਰਮੇਸ਼ਰ ਤੋਂ ਤਾਂ ਨਹੀਂ ਦੂਰ ਹੋਇਆ, ਕਿਤੇ ਮੈਂ ਪਰਮੇਸ਼ਰ ਦੇ ਸਮੇਂ ਤੋਂ ਤਾਂ ਨਹੀਂ ਖੁੰਝਿਆ, ਜਿਹੜਾ ਮੈਂ ਪਰਮੇਸ਼ਰ ਨਾਲ ਵਾਅਦਾ ਕੀਤਾ ਸੀ ਕਿਤੇ ਮੈਂ ਉਸ ਵਾਅਦੇ ਤੋਂ ਤਾਂ ਨਹੀਂ ਖੁੰਝ ਗਿਆ, ਸ਼ਾਇਦ ਇਸੇ ਕਰਕੇ ਮੈਂ ਮੁਸੀਬਤ ਦੇ ਵਿੱਚ ਹੋਵਾਂ। ਅਸੀਂ ਕੀ ਕਰਦੇ ਹਾਂ, ਕਈ ਵਾਰ ਅਸੀਂ ਮੁਸੀਬਤ ਦੇ ਵਿੱਚ ਆਉਣ ਸਾਰ ਪਰਮੇਸ਼ਰ ਨੂੰ ਉਹਦੇ ਪਰਮੇਸ਼ਰ ਦੇ ਉੱਤੇ ਦੋਸ਼ ਕਰ ਦਿੰਦੇ ਆ ਕਿ ਨਹੀਂ ਪਰਮੇਸ਼ਰ ਤਾਂ ਤੇਰੇ ਕਰਕੇ ਹੋਇਆ, ਪਰ ਅਸੀਂ ਅੰਦਰ ਝਾਤੀ ਨਹੀਂ ਮਾਰਦੇ ਕਿ ਸ਼ਾਇਦ ਸਾਡੀ ਵਜ੍ਹਾ ਦੇ ਕਰਕੇ ਤਾਂ ਨਹੀਂ ਇਹ ਚੀਜ਼ ਹੋਈ, ਜਾਂ ਸਾਡੇ ਕਰਕੇ ਤਾਂ ਨਹੀਂ ਇਹ ਚੀਜ਼ ਹੋਈ। ਹਾਲੇਲੂਇਆ। ਅਸੀਂ ਇਸੇ ਤਰ੍ਹਾਂ ਹੀ ਵਚਨ ਨੂੰ ਅੱਗੇ ਪੜ੍ਹਦੇ ਹੋਏ ਜਾਵਾਂਗੇ, ਇਸੇ ਹੀ ਚੈਪਟਰ ਦੀ, ਠੀਕ ਹੈ, 8 ਆਇਤ ਦੇ ਵਿੱਚ ਜਾਵਾਂਗੇ, ਇਸੇ ਚੈਪਟਰ ਦੀ 8 ਆਇਤ ਦੇ ਵਿੱਚ ਜਾਵਾਂਗੇ, ਦੇਖਾਂਗੇ ਕਿ ਉੱਥੇ ਵਚਨ ਕੀ ਕਹਿ ਰਿਹਾ ਕਿ ਯਹੋਵਾ ਤਾਂ ਭਲਾ ਅਤੇ ਸੱਚਾ ਹੈ। ਯਹੋਵਾ ਤਾਂ ਭਲਾ ਹੈ ਤੇ ਸੱਚਾ ਵੀ ਹੈ, ਇਹ ਸਭ ਨੂੰ ਪਤਾ ਹੈ। ਤੇ ਕਿੰਨੇ ਜਣੇ ਵਿਸ਼ਵਾਸ ਕਰਦੇ ਨੇ, ਨਿਰਭਰ ਇਸ ਗੱਲ ਤੇ ਕਰਦਾ ਹੈ। ਇਹ ਸਭ ਨੂੰ ਪਤਾ ਉਹ ਕਿ ਭਲਾ ਹੈ, ਉਹ ਸਾਨੂੰ ਪਾਪੀਆਂ ਨੂੰ ਮਾਫ ਕਰ ਦਿੰਦਾ ਹੈ, ਸਾਡੇ ਪਾਪਾਂ ਨੂੰ ਮਾਫ ਕਰ ਦਿੰਦਾ ਤੇ ਕੀਤੇ ਹੈ। ਜਿੰਨੇ ਅਸੀਂ ਮਸੀਹ ਦੇ ਵਿੱਚ ਆ, ਸਾਡੇ ਪਾਪਾਂ ਨੂੰ ਨੇ ਮਾਫ ਕੀਤਾ ਹੈ। ਜੋ ਭਲਾ ਸੀ ਤਦੇ ਕੰਮ ਇਹ ਹੋਏ ਨੇ, ਨਹੀਂ ਤਾਂ ਨਹੀਂ ਹੋਣੇ ਸੀ। ਇਸੇ ਕਰਕੇ ਉਹਨੇ ਆਪਣੇ ਪੁੱਤਰ ਨੂੰ ਸਾਡੇ ਲਈ ਭੇਜਿਆ ਸੀਗਾ, ਜੋ ਭਲਾ ਸੀ ਤੇ ਸੱਚਾ ਸੀਗਾ। ਅਸੀਂ ਸਭ ਜਾਣਦੇ ਹਾਂ, ਪਰ ਫਿਰ ਕਿਉਂ ਅਸੀਂ ਉਹਦੀ ਨਿਜਾਤ ਪਾ ਕੇ ਉਹ ਤੋਂ ਦੂਰ ਹੋ ਜਾਂਦੇ ਹਾਂ? ਫਿਰ ਅਸੀਂ ਕਿਉਂ ਉਹਦੀ ਮੁਕਤੀ ਪਾ ਕੇ ਉਸ ਤੋਂ ਦੂਰ ਹੋ ਜਾਂਦੇ ਹਾਂ? ਫਿਰ ਅਸੀਂ ਉਹਦੀ ਮੁਕਤੀ ਪਾ ਕੇ ਕਿਉਂ ਉਹਨੂੰ ਆਪਣੀ ਨਿਗਾਹ ਦੇ ਵਿੱਚ ਛੋਟਾ ਕਰ ਲੈਂਦੇ ਹਾਂ? ਅਸੀਂ ਕਿਉਂ ਉਹਦੀ ਮੁਕਤੀ ਪਾ ਕੇ ਆਪਣੇ ਆਪ ਨੂੰ ਇਸ ਤਰ੍ਹਾਂ ਕਹਿੰਦੇ ਕਿ ਅਸੀਂ ਸਹੀ ਨਹੀਂ ਕੀਤਾ, ਉਹਦੀ ਹਜ਼ੂਰੀ 'ਚ ਜਾ ਕੇ, ਜਾਂ ਉਹਦੀ ਮੁਕਤੀ ਪਾ ਕੇ, ਜਾਂ ਉਹਦੇ ਕੰਮ ਨੂੰ ਜਾਣ ਕੇ? ਹਾਲੇਲੂਇਆ। ਸਾਨੂੰ ਜ਼ਰੂਰਤ ਹੈ ਜਾਣਨ ਦੀ। ਸਾਡਾ ਪਰਮੇਸ਼ਰ ਇਸ ਤਰ੍ਹਾਂ ਦੀ ਸਮਰੱਥਾ ਦਾ ਜਿਹੜਾ ਸਮਰੱਥਾ ਰੱਖਦਾ ਹੈ, ਜਿਹੜਾ ਲਾਲ ਸਮੁੰਦਰ ਨੂੰ 2 ਹਿੱਸਿਆਂ 'ਚ ਵੰਡ ਸਕਦਾ ਹੈ, ਜਾਂ ਅਸਮਾਨ ਤੋਂ ਰੋਟੀਆਂ ਇਸਰਾਏਲੀਆਂ ਲਈ ਦੇ ਸਕਦਾ ਹੈ ਉਜਾੜ ਦੇ ਵਿੱਚ। ਕਿ ਉਹ ਤੁਹਾਡੇ ਹਾਲਾਤਾਂ ਨੂੰ ਬਿਹਤਰ ਨਹੀਂ ਜਾਣਦਾ? ਕਿ ਉਹ ਤੁਹਾਡੀ ਜ਼ਿੰਦਗੀ ਨੂੰ ਬਿਹਤਰ ਨਹੀਂ ਜਾਣਦਾ? ਉਹ ਹਰ ਇੱਕ ਚੀਜ਼ ਨੂੰ ਜਾਣਦਾ, ਪਰ ਅਸੀਂ ਕਈ ਵਾਰ ਕਮਜ਼ੋਰ ਹੋ ਜਾਂਦੇ ਹਾਂ। ਅਸੀਂ ਕਈ ਵਾਰ ਉਹਨਾਂ ਹਾਲਾਤਾਂ ਤੋਂ ਨੀਵੇਂ ਹੋ ਜਾਂਦੇ ਹਾਂ। ਅਸੀਂ ਕਹਿ ਦਿੰਦੇ ਹਾਂ ਕਿ ਸਾਡਾ ਪਰਮੇਸ਼ਰ ਨੀਵਾਂ ਹੋ ਗਿਆ। ਅਸੀਂ ਪਰਮੇਸ਼ਰ ਨੂੰ ਨੀਵਾਂ ਕਰ ਦਿੰਦੇ ਜਦੋਂ ਇਦਾਂ ਦੇ ਹਾਲਾਤ ਆ ਜਾਂਦੇ ਨੇ। ਅਸੀਂ ਆਪਣੇ ਆਪ ਨੂੰ ਨੀਵਾਂ ਕਰਦੇ, ਅਸੀਂ ਪਰਮੇਸ਼ਰ ਨੂੰ ਵੀ ਨੀਵਾਂ ਕਰ ਦਿੰਦੇ ਹਾਂ। ਕਿ ਅਸੀਂ ਉਸ ਸਮੇਂ ਵਚਨ ਨਹੀਂ ਡਿਕਲੇਅਰ ਕਰ ਸਕਦੇ ਕਿ ਸਾਡਾ ਪਰਮੇਸ਼ਰ ਕਿੰਨਾ ਮਹਾਨ ਹੈ। ਅਸੀਂ ਉਹਦੇ ਨਾਮ ਨੂੰ ਗਲੋਰੀਫਾਈ ਕਰੋ, ਉਸ ਸਮੇਂ ਉੱਚਾ ਕਰੋ ਜਦੋਂ ਤੁਹਾਡੇ ਤੇ ਮੁਸੀਬਤ ਆਈ ਹੈ। ਸੁੱਖ ਦੇ ਵਿੱਚ ਤਾਂ ਸਾਰੇ ਯਾਦ ਕਰਨਗੇ, ਜਦੋਂ ਦੁੱਖ ਆਇਆ ਉਸ ਸਮੇਂ ਮਹਿਮਾ ਕਰ, ਜਿਵੇਂ ਅਯੂਬ ਨੇ ਮਹਿਮਾ ਕੀਤੀ ਸੀ। ਉਹਨੇ ਕਿਹਾ ਤੂੰ ਦਿੱਤਾ ਤੂੰ ਹੀ ਲੈ ਲਿਆ, ਤੇਰਾ ਹੀ ਨਾਮ ਮੁਬਾਰਕ ਹੋਵੇ। ਉਹਨੇ ਉਸ ਸਮੇਂ ਨਹੀਂ ਕਿਹਾ, ਉਹਨੇ ਕੋਈ ਕੰਪਲੇਨ ਨਹੀਂ ਸੀ ਕੀਤੀ ਕਿ ਮੁਸੀਬਤਾਂ ਹਾਲਾਤ ਮੇਰੇ ਇਦਾਂ ਦੇ ਆ ਗਏ ਕਿ ਮੇਰੇ ਤੋਂ ਸਾਰਾ ਕੁਝ ਹੀ ਖੋਹ ਲਿਆ ਗਿਆ ਹੈ। ਉਹਨੇ ਉਸ ਸਮੇਂ ਵੀ ਕਿਹਾ ਕਿ ਉਸੇ ਨੇ ਦਿੱਤਾ ਸੀ, ਉਸੇ ਨੇ ਹੀ ਲੈ ਲਿਆ, ਉਹਦਾ ਹੀ ਨਾਮ ਮੁਬਾਰਕ ਹੋਵੇ। ਉਹਨੇ ਉਸ ਸਮੇਂ ਨਹੀਂ ਕਿਹਾ ਕਿ ਆਹ ਕੀ ਕੀਤਾ ਹੈ ਜਾਂ ਕਿਸ ਤਰ੍ਹਾਂ ਕੀਤਾ, ਨਹੀਂ। ਉਹਨੇ ਉਸ ਸਮੇਂ ਵੀ ਉਹਦੇ ਨਾਮ ਦੀ ਵਡਿਆਈ ਕੀਤੀ, ਉਸ ਸਮੇਂ ਵੀ ਉਹਦੇ ਨਾਮ ਦੀ ਮਹਿਮਾ ਕੀਤੀ ਹੈ, ਉਸ ਸਮੇਂ ਵੀ ਉਹਦੇ ਨਾਮ ਨੂੰ ਜਲਾਲ ਦਿੱਤਾ ਹੈ।
ਤੇ ਅਸੀਂ ਕੌਣ ਹੈ ਕਿ ਅਸੀਂ ਉਸ ਦੇ ਨਾਮ ਨੂੰ ਫਿਟਕਾਰੀਏ। ਪ੍ਰਭੂ ਯਿਸੂ ਮਸੀਹ ਨੇ ਵੀ ਜਦੋਂ ਆਖਰੀ ਸਮੇਂ ਦੇ ਵਿੱਚ ਸਲੀਬ ਦੇ ਉੱਤੇ ਗਏ, ਉਹਨਾਂ ਨੇ ਉਸ ਸਮੇਂ ਵੀ ਕਿਹਾ, ਉਸ ਸਮੇਂ ਵੀ ਕੀ ਕਿਹਾ ਸੀਗਾ। ਅਸੀਂ ਕਈ ਵਾਰਾਂ ਕੀ ਕਰਦੇ ਆ, ਅਸੀਂ ਆਪਣੀ ਮਰਜ਼ੀ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕਰਦੇ ਆ। ਅਸੀਂ ਕਿਉਂ ਨਹੀਂ ਉਸ ਸਮੇਂ ਕਹਿੰਦੇ ਕਿ ਪਰਮੇਸ਼ਰ ਤੇਰੀ ਮਰਜ਼ੀ ਪੂਰੀ ਹੋਵੇ। ਉਸ ਸਮੇਂ ਵੀ ਅਸੀਂ ਇਹ ਇੱਕ ਹੀ ਚੀਜ਼ ਕਹਿੰਦੇ ਹੁੰਦੇ ਆ, ਕੋਈ ਵੀ ਗੱਲਬਾਤ ਹੈ ਕਿ ਨਹੀਂ ਇਹ ਚੀਜ਼ ਮੇਰੇ ਲਈ ਹੋਣੀ ਚਾਹੀਦੀ ਆ, ਅਸੀਂ ਉਸ ਸਮੇਂ ਇਹ ਕਿਉਂ ਨਹੀਂ ਕਹਿੰਦੇ ਜੇ ਤਾਂ ਉਹ ਚੰਗੀ ਚੀਜ਼ ਅਸੀਂ ਕਹਿੰਦੇ ਸਾਡੇ ਲਈ ਹੋਵੇ, ਅਗਰ ਉਹ ਮਾੜੀ ਹੈ ਤੇ ਅਸੀਂ ਕਹਿ ਦਿੰਦੇ ਨਾ ਹੋਵੇ। ਉਸ ਸਮੇਂ ਜਦੋਂ ਚੰਗੀ ਜਾਂ ਮਾੜੀ ਦਾ ਤੁਹਾਨੂੰ ਫੈਸਲਾ ਕਰਨ ਦਾ ਕੋਈ ਅਧਿਕਾਰ ਨਹੀਂ। ਉਸ ਸਮੇਂ ਕਹੋ ਕਿ ਪਰਮੇਸ਼ਰ ਤੇਰੀ ਮਰਜ਼ੀ ਪੂਰੀ ਹੋਵੇ। ਜਿਵੇਂ ਪ੍ਰਭੂ ਯਿਸੂ ਮਸੀਹ ਨੇ ਆਖਰੀ ਸਮੇਂ ਦੇ ਵਿੱਚ ਸਲੀਬ ਦੇ ਉੱਤੇ ਕਿਹਾ ਕਿ ਪਰਮੇਸ਼ਰ ਮੇਰੇ ਪਿਤਾ, ਅਗਰ ਤੇਰੀ ਮਰਜ਼ੀ ਹੈ ਤਾਂ ਪਿਆਲਾ ਮੇਰੇ ਤੋਂ ਟਲ ਜਾਵੇ, ਪਰ ਉੱਥੇ ਵੀ ਮੇਰੀ ਨਹੀਂ ਤੇਰੀ ਮਰਜ਼ੀ ਪੂਰੀ ਹੋਵੇ। ਅਗਰ ਉਹ ਸਾਡੇ ਮੁਕਤੀ ਦਾ ਤਾਂ ਪ੍ਰਭੂ ਯਿਸੂ ਮਸੀਹ ਦੀ ਵੱਡੀ ਗੱਲ ਕਹਿ ਸਕਦੇ ਨੇ ਆਖਰੀ ਸਮੇਂ ਦੇ ਵਿੱਚ ਕਿ ਅਗਰ ਇਹ ਪਿਆਲਾ ਮੇਰੇ ਤੋਂ ਟਲ ਜਾਵੇ, ਪਰ ਉੱਥੇ ਵੀ ਮੇਰੀ ਨਹੀਂ ਤੇਰੀ ਮਰਜ਼ੀ ਪੂਰੀ ਹੋਵੇ, ਤੇ ਸਾਡੇ ਕੋਲੇ ਕਿਸ ਚੀਜ਼ ਦਾ ਅਧਿਕਾਰ ਹੈ ਕਿ ਅਸੀਂ ਕਹੀਏ ਕਿ ਨਹੀਂ ਚੰਗੀ ਚੰਗੀ ਚੀਜ਼ ਹੋ ਜਾਵੇ ਤੇ ਮਾੜੀ ਨਾ ਹੋਵੇ। ਕਿਉਂਕਿ ਇਹ ਹਾਲਾਤ ਵੀ ਆਉਣੇ ਜ਼ਰੂਰੀ ਨੇ, ਇਸ ਤਰ੍ਹਾਂ ਦੇ ਹਾਲਾਤ ਵੀ ਆਉਣੇ ਜ਼ਰੂਰੀ ਨੇ, ਤਾਂ ਸਾਡੇ ਵਿਸ਼ਵਾਸ ਦਾ ਪਤਾ ਲੱਗਦਾ। ਤੇ ਉਦੋਂ ਫਿਰ ਲੋਕਾਂ ਦੇ ਵਿੱਚ ਸਾਡੀ ਜਿਹੜੀ ਬਣੀ ਹੁੰਦੀ ਹੈ ਨਾ ਇੱਕ ਚੀਜ਼ ਕਿ ਹਾਂ ਅਸੀਂ ਮਸੀਹ ਦੇ ਵਿੱਚ ਆ, ਜਿਹੜਾ ਅਸਲੀ ਮਸੀਹਤ ਦਾ ਟੈਸਟ ਹੈ ਨਾ ਉਸ ਸਮੇਂ ਹੁੰਦਾ ਸਾਡੇ ਤੇ, ਜਦੋਂ ਦੁਨੀਆ ਸਾਡੇ ਤੇ ਤਾਨੇ ਕੱਸਦੀ ਹੈ, ਦੁਨੀਆ ਸਾਨੂੰ ਫਿਟਕਾਰਨਾ ਸ਼ੁਰੂ ਕਰਦੀ ਹੈ, ਤੇ ਦੁਨੀਆ ਕਹਿੰਦੀ ਹੈ ਤੇ ਬੁਲਾ ਹੁਣ ਆਪਣੇ ਪਰਮੇਸ਼ਰ ਨੂੰ ਤੇ ਅਸੀਂ ਦੇਖੀਏ ਉਹਦੀ ਸ਼ਕਤੀ ਨੂੰ। ਉਸ ਸਮੇਂ ਸਾਨੂੰ ਕਹਿੰਦੇ ਉਹਨਾਂ ਦੇ ਸਾਹਮਣੇ ਜ਼ਰੂਰਤ ਹੈ। ਇਹ ਕਹਿਣਾ ਬੜਾ ਔਖਾ ਹੈ, ਇਹ ਸੌਖਾ ਨਹੀਂ ਹੈਗਾ, ਇਹ ਲੋਕਾਂ ਦੇ ਸਾਹਮਣੇ ਕਹਿਣਾ ਸੌਖਾ ਨਹੀਂ ਹੈਗਾ। ਜਦੋਂ ਇੱਕ ਹਾਲਾਤ ਦੇ ਵਿੱਚ ਤੁਸੀਂ ਜੂਝ ਰਹੇ ਹੋਵੋ, ਮਰ ਰਹੇ ਹੋਵੋ, ਤੇ ਉਸ ਸਮੇਂ ਕਹੋ ਕਿ ਨਹੀਂ ਮੇਰਾ ਈਮਾਨ ਹੈ ਨਾ, ਜਿਹੜਾ ਮੇਰਾ ਵਿਸ਼ਵਾਸ ਹੈ ਉਹ ਐਸੇ ਮੇਰੇ ਪਰਮੇਸ਼ਰ ਦੇ ਉੱਤੇ ਹੈ ਜਿਹੜਾ ਜ਼ਿੰਦਾ ਮੇਰੀ ਅੱਜ ਵੀ ਦੁਆ ਨੂੰ ਸੁਣ ਰਿਹਾ ਹੈ ਤੇ ਮੇਰੇ ਸੰਗ ਹੈ। ਉਸ ਸਮੇਂ ਕਹਿਣਾ ਇੱਕ ਫਕਰ ਦੀ ਗੱਲ ਹੋਣੀ ਚਾਹੀਦੀ ਹੈ, ਇੱਕ ਕਹਿਣ ਦੀ ਜ਼ਰੂਰਤ ਹੋਣੀ ਚਾਹੀਦੀ ਹੈ, ਨਹੀਂ ਮੇਰਾ ਪਰਮੇਸ਼ਰ ਮੇਰੇ ਲਈ ਕਰੂਗਾ, ਇਹ ਮੇਰਾ ਪਰਮੇਸ਼ਰ ਮੇਰੇ ਲਈ ਕਰੂਗਾ। ਹਾਲੇਲੂਇਆ। ਸੱਚਮੁੱਚ ਪਰਮੇਸ਼ਰ ਉਹਨਾਂ ਚੀਜ਼ਾਂ ਦੀ ਸਮਰੱਥਾ ਰੱਖਦਾ ਹੈ, ਪਰ ਜਦੋਂ ਏਦਾਂ ਦੇ ਲੋਕ ਸਾਨੂੰ ਆ ਕੇ 2 ਜਾਂ 3 ਮਿਲ ਕੇ ਸਾਨੂੰ ਥੋੜਾ ਜਿਹਾ ਤਾਨਾ ਕੱਸ ਦਿੰਦੇ ਨੇ, ਇੱਕ ਤਾਂ ਹਾਲਾਤ ਉਸ ਤਰ੍ਹਾਂ ਦੇ ਹੁੰਦੇ ਨੇ ਕਿ ਬੰਦੇ ਦੇ ਕੋਲੇ ਕੁਝ ਹੋ ਨਹੀਂ ਰਿਹਾ ਹੁੰਦਾ, ਤੇ ਦੂਸਰਾ ਲੋਕ ਆ ਕੇ ਉਹਨੂੰ ਕਹਿਣਾ ਸ਼ੁਰੂ ਕਰ ਦਿੰਦੇ ਨੇ, ਤੇ ਉਸ ਸਮੇਂ ਅਸਲੀ ਟੈਸਟ ਹੁੰਦਾ ਹੈ। ਐਵੇਂ ਗੱਲਾਂ ਬਾਤਾਂ ਕਰਨ ਦੇ ਨਾਲ ਅਸੀਂ ਮਸੀਹਤ ਨਹੀਂ ਬਣ ਸਕਦੇ, ਅਸੀਂ ਮਸੀਹ ਨਹੀਂ ਹੈਗੇ। ਗੱਲਾਂ ਬਾਤਾਂ ਨਾਲ ਮਸੀਹਤ ਨਹੀਂ ਹਾਸਲ ਹੁੰਦੀ, ਗੱਲਾਂ ਬਾਤਾਂ ਨਾਲ ਮੁਕਤੀ ਨਹੀਂ ਸੀ ਪ੍ਰਭੂ ਯਿਸੂ ਮਸੀਹ ਨੂੰ ਮਿਲੀ। ਪ੍ਰਭੂ ਯਿਸੂ ਮਸੀਹ ਨੂੰ ਮੁਕਤੀ ਆਸਾਨੀ ਨਾਲ ਨਹੀਂ ਸੀ ਸਾਨੂੰ, ਉਹਨਾਂ ਨੇ ਬੜੇ ਕੋੜੇ ਖਾਤੇ ਸੀਗੇ, ਉਹਨਾਂ ਦੇ ਮੂੰਹ ਤੇ ਥੁੱਕਿਆ ਵੀ ਗਿਆ ਸੀ, ਮੂੰਹ ਤੇ ਥਪੇੜਾਂ ਵੀ ਮਾਰੀਆਂ ਗਈਆਂ ਸੀਗੀਆਂ, ਕੰਡਿਆਂ ਦਾ ਤਾਜ ਵੀ ਪਹਿਨਾਇਆ ਗਿਆ ਸੀਗਾ। ਉਸ ਤੋਂ ਬਾਅਦ ਵੀ ਉਹਨਾਂ ਦੇ ਲਫ਼ਜ਼ ਕੀ ਸੀਗੇ ਕਿ ਇਹਨਾਂ ਨੂੰ ਪਰਮੇਸ਼ਰ ਮਾਫ ਕਰ, ਪਿਤਾ ਇਹਨਾਂ ਨੂੰ ਮਾਫ ਕਰ, ਇਹਨਾਂ ਨੂੰ ਨਹੀਂ ਪਤਾ ਕੀ ਕਰ ਰਹੇ ਨੇ। ਅਸੀਂ ਆਪਣੇ ਹਾਲਾਤਾਂ ਦੇ ਵਿੱਚ ਜੂਝ ਕੇ ਆਪਣੀਆਂ ਰੁਕਾਵਟਾਂ ਦੇ ਵਿੱਚ ਆਪ ਹੀ ਰੁਕਾਵਟ ਬਣ ਜਾਂਦੇ ਆ, ਆਪਣੇ ਹਾਲਾਤਾਂ ਦੇ ਵਿੱਚ ਆਪਣੇ ਹੀ ਹਾਲਾਤ ਮਾੜੇ ਕਰ ਬੈਠੇ ਆ ਜਦੋਂ ਅਸੀਂ ਪਰਮੇਸ਼ਰ ਦਾ ਪੱਲਾ ਛੱਡ ਦਿੰਦੇ ਆ। ਉਸ ਸਮੇਂ ਸਗੋਂ ਸਾਨੂੰ ਜ਼ਰੂਰਤ ਹੁੰਦੀ ਹੈ ਕਿ ਅਸੀਂ ਪਰਮੇਸ਼ਰ ਦੇ ਕਰੀਬ ਜਾਈਏ। ਸ਼ਾਇਦ ਪਰਮੇਸ਼ਰ ਤੁਹਾਨੂੰ ਦੇਖ ਰਿਹਾ ਹੋਵੇ ਤੇ ਕਹਿ ਰਿਹਾ ਹੋਵੇ ਕਿ ਮੈਂ ਦੇਖਾਂ ਮੇਰਾ ਬੱਚਾ ਮੇਰੇ ਪ੍ਰਤੀ ਕਿੰਨਾ ਵਫਾਦਾਰ ਹੈ, ਮੈਂ ਦੇਖਾਂ ਤਾਂ ਸਹੀ ਕਿ ਅੱਜ ਇਹਦੇ ਤੇ ਹਾਲਾਤ ਮਾੜੇ ਆਏ ਨੇ, ਕਿ ਮੈਨੂੰ ਯਾਦ ਕਰ ਰਿਹਾ ਜਾਂ ਨਹੀਂ ਕਰ ਰਿਹਾ। ਅਸੀਂ ਅੱਗੇ ਆਇਤ ਦੇ ਵਿੱਚ ਦੇਖਦੇ ਹਾਂ 8:25 ਦੀ 8 ਦੇ ਯਬੂਰ ਦੀ ਪੋਥੀ ਦੇ ਵਿੱਚ ਜਿਵੇਂ ਲਿਖਿਆ ਕਿ ਯਹੋਵਾ ਭਲਾ ਤੇ ਸੱਚਾ ਹੈ, ਇਸੇ ਕਰਕੇ ਉਹ ਪਾਪੀਆਂ ਨੂੰ ਰਾਹ ਦੇ ਵਿਖੇ ਸਿਖਲਾਵੇਗਾ। ਪਾਪੀਆਂ ਨੂੰ ਕੀ ਹੈ? ਸਿਖਾਵੇਗਾ। ਉਹ ਮਸਕੀਨਾਂ ਦੀ ਅਗਵਾਈ ਨਿਆਂ ਨਾਲ ਕਰੇਗਾ ਅਤੇ ਅਧੀਨਾਂ ਨੂੰ ਆਪਣਾ ਰਾਹ ਸਿਖਲਾਵੇਗਾ। ਯਹੋਵਾ ਦੇ ਨੇਮ ਅਤੇ ਸਾਖੀਆਂ ਦੇ ਮੰਨਣ ਵਾਲਿਆਂ ਲਈ ਉਸਦੇ ਸਾਰੇ ਮਾਰਗ ਦਇਆ ਤੇ ਸੱਚਾਈ ਦੇ ਹਨ। ਦੇਖੋ ਪਰਮੇਸ਼ਰ ਦਾ ਵਾਅਦਾ ਇਸ ਚੀਜ਼ ਦਾ ਆਨਸਰ ਦੇ ਰਿਹਾ ਸਾਨੂੰ, ਅੱਜ ਇਸ ਚੀਜ਼ ਦਾ ਉੱਤਰ ਮਿਲ ਰਿਹਾ ਸਾਨੂੰ ਕਿ ਜਿਹੜੇ ਉੱਤੇ ਨੇਮ ਕਰਦੇ ਨੇ, ਪ੍ਰੇਮ ਕਰਦੇ ਨੇ ਉਹਦੇ ਨਾਲ, ਪਰਮੇਸ਼ਰ ਸਾਨੂੰ ਅੱਜ ਉੱਤਰ ਦੇ ਰਿਹਾ ਕਿ ਜਿਹੜੇ ਉਹਦੇ ਨਾਲ ਪ੍ਰੇਮ ਕਰਦੇ ਨੇ, ਉੱਤੇ ਵਿਸ਼ਵਾਸ ਕਰਦੇ ਨੇ ਤੇ ਉਹਦੀ ਹਰ ਇੱਕ ਉਹਦੀ ਅਧੀਨਗੀ ਦੇ ਵਿੱਚ ਰਹਿ ਰਹੇ ਨੇ, ਉਹਦੀ ਕਹਿ ਲਓ ਵੀ ਮੱਥੇ ਦੇ ਹੇਠਾਂ ਬੈਠੇ ਨੇ, ਉਹਦੀ ਹਜ਼ੂਰੀ ਦੇ ਵਿੱਚ ਬੈਠੇ ਨੇ, ਉਸ ਕਬਰ ਦੇ ਵਿੱਚ ਬੈਠੇ ਨੇ ਜਿਹੜਾ ਕਬਰ ਸਾਡੇ ਲਈ ਉਹਨੇ ਬਣਾਇਆ ਸੀਗਾ। ਉਹਨਾਂ ਲਈ ਵਾਅਦਾ ਹੈ, ਉਹਨਾਂ ਲਈ ਉੱਤਰ ਹੈ। ਕੀ ਉੱਤਰ ਹੈ? ਕਿ ਉਹਨਾਂ ਦੇ ਸਾਰਿਆਂ ਦੇ ਮਾਰਗ ਦਇਆ ਤੇ ਸੱਚਾਈ ਦੇ ਹੋਣਗੇ ਤੇ ਸਹੀ ਹੋਣਗੇ। ਤੇ ਜੇ ਸਾਡੇ ਜਿਹੜੇ ਮਾਰਗ ਨੇ, ਜਿਹੜੇ ਸਾਡੇ ਰਾਹ ਨੇ ਉਹ ਸਹੀ ਹੋ ਗਏ ਤੇ ਜਿਹੜੇ ਹਾਲਾਤ ਨੇ ਉਹ ਬਦਲ ਜਾਣਗੇ।
जिवें ਅਸੀਂ सॉन्ग गाने ना कि हालात बदल जाते हैं यीशु तेरे छूने से, बीमार शिफा पा लेते हैं यीशु तेरे छूने से। ਉਹਦੇ ਛੂਣ ਨਾਲ ਸੱਚਮੁੱਚ ਸ਼ਿਫਾ ਮਿਲ ਜਾਂਦੀ ਸਾਨੂੰ। ਉਹਦੇ ਛੂਣ ਨਾਲ ਸੱਚਮੁੱਚ ਸਾਡੇ ਹਾਲਾਤ ਆ ਜਿਹੜੇ ਬਦਲ ਜਾਂਦੇ ਨੇ। ਹਰ ਇੱਕ ਚੀਜ਼ ਬਦਲ ਜਾਂਦੀ ਹੈ, ਪਰ ਜ਼ਰੂਰਤ ਹੁੰਦੀ ਹੈ ਉਸ ਸਮੇਂ ਸਾਨੂੰ ਥੋੜੀ ਜੀ ਸਬਰ ਕਰਨ ਦੀ ਤੇ ਬੈਠਣ ਦੀ, ਕਿ ਉਹਦੇ ਵਿੱਚ ਨਾਮ ਦੇ ਵਿੱਚ ਜੁੜ ਸਕੀਏ, ਉਹਦੀ ਪ੍ਰਾਰਥਨਾ 'ਚ ਜੁੜ ਸਕੀਏ, ਵੱਧ ਤੋਂ ਵੱਧ ਉਹਦੀ ਮਹਿਮਾ ਦੇ ਸਕੀਏ। ਕਈ ਵਾਰ ਸਾਡੇ ਹਾਲਾਤ ਇਸ ਤਰ੍ਹਾਂ ਦੇ ਆ ਜਾਂਦੇ ਨੇ, ਸਾਨੂੰ ਯਕੀਨ ਨਹੀਂ ਹੁੰਦਾ ਕਿ ਸ਼ਾਇਦ ਪਤਾ ਨਹੀਂ ਇਹ ਚੀਜ਼ ਇਸ ਤਰ੍ਹਾਂ ਹੋ ਸਕਦੀ ਹੈ, ਮੇ ਵੀ ਨਹੀਂ ਵੀ ਹੋ ਸਕਦੀ, ਪਰ ਨਹੀਂ, ਉਹ ਸਮੇਂ ਔਖਾ ਹੈ। ਇਹ ਫੈਸਲਾ ਉਹ ਘੜੀ ਸਮਾਂ ਔਖਾ ਹੁੰਦਾ ਹੈ। ਮੈਂ ਨਹੀਂ ਕਹਿ ਰਿਹਾ ਕਿ ਆਸਾਨ ਹੁੰਦਾ, ਇਹ ਚੀਜ਼ ਬਿਲਕੁਲ ਔਖੀ ਹੁੰਦੀ ਹੈ। ਉਸ ਸਮੇਂ ਬੈਠਿਆਂ ਨੂੰ ਸਾਨੂੰ ਲੱਗਦਾ ਹੈ ਕਿ ਹਾਂ ਇਹ ਪਤਾ ਨਹੀਂ, ਇਹ ਚੀਜ਼ ਹੁਣ ਮੈਂ ਬਿਲਕੁਲ ਇੱਕ ਕਰੋ ਜਾਂ ਮਰੋ ਵਾਲੀ ਸਥਿਤੀ ਦੇ ਵਿੱਚ ਆ, ਪਤਾ ਨਹੀਂ ਇਹ ਚੀਜ਼ ਹੋਊਗੀ, ਪਤਾ ਨਹੀਂ ਹੋਊਗੀ, ਜੇ ਹੋਊਗੀ ਤਾਂ ਸ਼ਾਇਦ ਮੇਰਾ ਕੁਝ ਚੰਗਾ ਹੋ ਜੇ, ਜੇ ਨਾ ਹੋਈ ਤਾਂ ਪਤਾ ਨਹੀਂ ਕੀ ਹੋ ਜਾਊਗਾ। ਉਸ ਸਮੇਂ ਸਾਨੂੰ ਇੱਕੋ ਹੀ ਚੀਜ਼ ਕਰਨ ਦੀ ਜ਼ਰੂਰਤ ਹੈ, ਸਾਡੀਆਂ ਸੋਚਾਂ ਨਾਲ ਲੜਨ ਦੀ ਜ਼ਰੂਰਤ ਨਹੀਂ ਹੈਗੀ ਸਾਨੂੰ। ਉਸ ਸਮੇਂ ਪਰਮੇਸ਼ਰ ਦੇ ਹੱਥਾਂ ਦੇ ਦਿਓ, ਜਿਹੜੀ ਤੇਰੀ ਮਰਜ਼ੀ ਹੈ ਪਰਮੇਸ਼ਰ ਪੂਰੀ ਕਰ ਦੇ। ਕਿਉਂਕਿ ਜਦੋਂ ਅਸੀਂ ਇਹ ਚੀਜ਼ ਕਹਿ ਦਾਂਗੇ ਨਾ ਕਿ ਪਰਮੇਸ਼ਰ ਤੇਰੀ ਮਰਜ਼ੀ ਨੂੰ ਪੂਰਾ ਕਰ ਦੇ, ਤੇ ਪਰਮੇਸ਼ਰ ਦੀ ਜਿਹੜੀ ਮਰਜ਼ੀ ਹੋਊਗੀ ਪਰਫੈਕਟ ਹੋਊਗੀ। ਕਿਉਂਕਿ ਅੱਜ ਤੱਕ ਦੁਨੀਆ ਤੇ ਜੋ ਪਰਫੈਕਟ ਹੈ ਉਹ ਸਿਰਫ ਪਰਮੇਸ਼ਰ ਹੈ। ਦੁਨੀਆ ਤੇ ਕੋਈ ਵੀ ਪਰਫੈਕਟ ਨਹੀਂ ਹੈਗਾ, ਕੋਈ ਵੀ ਪਰਫੈਕਟ ਨਹੀਂ। ਕੋਈ ਵੀ ਇਨਸਾਨ ਇਹ ਨਹੀਂ ਕਹਿ ਸਕਦਾ ਕਿ ਮੈਂ ਬਿਲਕੁਲ ਸੰਪੂਰਨ ਹਾਂ, ਕਿ ਮੈਂ ਬਿਲਕੁਲ ਹਾਂ ਮੈਂ ਕੋਈ ਗਲਤੀ ਕਰ ਹੀ ਨਹੀਂ ਸਕਦਾ। ਸਿਰਫ ਇੱਕ ਹੀ ਉਹ ਹੈ, ਉਹ ਸਾਡਾ ਪਰਮੇਸ਼ਰ ਹੀ ਹੋਗਾ, ਜਿਹੜਾ ਬਿਲਕੁਲ ਪਰਫੈਕਟ ਹੈ, ਜਿਹਦੀ ਹਰ ਇੱਕ ਗੱਲ ਪਰਫੈਕਟ ਹੈ। ਹਾਲੇਲੂਇਆ। ਜਦੋਂ ਤੁਹਾਨੂੰ ਕੁਝ ਵੀ ਤੁਹਾਡੀ ਸੋਚ ਦੇ ਵਿੱਚ ਨਾ ਪਤਾ ਚੱਲੇ, ਅੱਖਾਂ ਨੂੰ ਬੰਦ ਕਰੋ ਤੇ ਪਰਮੇਸ਼ਰ ਨੂੰ ਪੁਕਾਰੋ। ਪਰਮੇਸ਼ਰ ਨੂੰ ਕਹੋ ਕਿ ਨਹੀਂ ਪਰਮੇਸ਼ਰ, ਅੱਜ ਇਹ ਚੀਜ਼ ਤੇਰੇ ਨਾਮ 'ਚ ਹੋ ਜੀ, ਜਾਂ ਤੇਰੀ ਮਰਜ਼ੀ ਪੂਰੀ ਹੋ ਜਾਵੇ। ਹਾਲੇਲੂਇਆ। ਜਿਹੜਾ ਸਾਨੂੰ ਰਸਤਾ ਹੈ, ਜਿਹੜਾ ਸਹੀ ਰਸਤਾ ਸਾਡਾ, ਉਹ ਸਾਨੂੰ ਕੌਣ ਦਿਖਾ ਸਕਦਾ? ਸਾਡਾ ਸਹੀ ਰਸਤਾ ਵੀ ਹੈ ਜਿਹੜਾ ਸਾਨੂੰ, ਉਹ ਸਾਡਾ ਪਰਮੇਸ਼ਰ ਹੀ ਦਿਖਾ ਸਕਦਾ। ਜੇ ਅਸੀਂ ਕਹੀਏ ਕਿ ਸਾਨੂੰ ਕੋਈ ਲੋਕ ਜਿਹੜੇ ਆਤਮਿਕ ਤੌਰ ਤੇ ਬਿਲਕੁਲ ਹੀ ਖਤਮ ਨੇ, ਜਾਂ ਬਿਲਕੁਲ ਜਿਹੜਾ ਨੂੰ ਖੁਦ ਹੀ ਪਤਾ ਨਹੀਂ ਬਚਣ ਦੇ ਬਾਰੇ, ਤੇ ਜਿਹੜੇ ਕਹਿਣਗੇ ਕਿ ਨਹੀਂ ਵਰਲਡਲੇ ਲੋਕ ਨੇ ਜਿਹੜੇ, ਉਹ ਕੁਛ ਪਲ ਦੀ ਖੁਸ਼ੀ ਜ਼ਰੂਰ ਲੈ ਸਕਦੇ ਨੇ, ਪਰ ਜਿਹੜੀ ਸਦਾ ਦੀ ਖੁਸ਼ੀ ਤੇ ਤਸੱਲੀ ਹੈ ਉਹ ਸਾਡਾ ਪਰਮੇਸ਼ਰ ਹੀ ਦੇ ਸਕਦਾ ਹੈ। ਜਿਹੜੀ ਸਦਾ ਦੀ ਖੁਸ਼ੀ ਹੈ, ਸਦਾ ਦੀ ਤਸੱਲੀ ਹੈ, ਅਗਰ ਉਹ ਸਾਡਾ ਪਰਮੇਸ਼ਰ ਦੇ ਸਕਦਾ ਹੈ, ਤਾਂ ਜਿਹੜੀ ਕੁਛ ਪਲ ਦੀ ਖੁਸ਼ੀ ਹੈ ਅਸੀਂ ਉਹਦੇ ਵਿੱਚ ਕਿਉਂ ਆਨੰਦਿਤ ਹੋਈਏ? ਜਦੋਂ ਅਸੀਂ ਪੂਰੀ ਜ਼ਿੰਦਗੀ ਖੁਸ਼ ਆਨੰਦਿਤ ਰਹਿ ਸਕਦੇ ਹਾਂ, ਜਿਹੜੀ ਤਸੱਲੀ ਸਾਨੂੰ ਪਰਮੇਸ਼ਰ ਦੇ ਸਕਦਾ ਹੈ, then why should we are going to the worldly people? ਕਿਉਂ ਅਸੀਂ ਦੁਨਿਆਵੀ ਲੋਕਾਂ ਦੇ ਕੋਲੇ ਜਾਈਏ ਉਸ ਚੀਜ਼ ਨੂੰ ਲੱਭਣ ਦੇ ਲਈ? ਸਾਨੂੰ ਜ਼ਰੂਰਤ ਹੈ ਅਸੀਂ ਪਰਮੇਸ਼ਰ ਦੇ ਕੋਲੇ ਆਈਏ, ਅਸੀਂ ਪਰਮੇਸ਼ਰ ਨੂੰ ਪੁਕਾਰੀਏ, ਉਹਦੇ ਲੋਕਾਂ ਨੂੰ ਮਿਲੀਏ, ਜਿੱਥੋਂ ਸਾਨੂੰ ਪੋਜ਼ਿਟਿਵਿਟੀ ਮਿਲੇ, ਜਿੱਥੋਂ ਸਾਨੂੰ ਇੱਕ ਹਿੰਮਤ ਮਿਲੇ, ਜਿੱਥੋਂ ਸਾਨੂੰ ਹੌਸਲਾ ਮਿਲੇ, ਜਿੱਥੇ ਲੋਕ ਕਹਿਣ ਨਹੀਂ ਇਹ ਲੋਕਾਂ ਲਈ ਸੰਭਵ ਹੈ, ਪਰ ਸਾਡਾ ਪ੍ਰਭੂ ਯਿਸੂ ਮਸੀਹ ਇਸ ਚੀਜ਼ ਨੂੰ ਸੰਭਵ ਕਰੇਗਾ, ਤੇ ਸੰਭਵ ਕਰਦਾ ਵੀ ਹੈ। ਉਹ ਉਸ ਤਰ੍ਹਾਂ ਦੇ ਕੰਮਾਂ ਨੂੰ ਕਰਨ ਦੀ ਸਮਰੱਥਾ ਰੱਖਦਾ ਹੈ ਜਿਹੜੇ ਸਾਡੇ ਲਈ ਸੰਭਵ ਹੋ ਸਕਦੇ ਨੇ, ਇਸ ਵਰਲਡ ਦੇ ਲੋਕਾਂ ਦੇ ਲਈ ਸੰਭਵ ਹੋ ਸਕਦੇ ਨੇ, ਪਰ ਯਿਸੂ ਮਸੀਹ ਦੇ ਲਈ ਕੁਝ ਵੀ ਅਸੰਭਵ ਨਹੀਂ ਹੈਗਾ। ਅਸੰਭਵ ਸ਼ਬਦ ਹੀ ਨਹੀਂ ਹੈਗਾ, ਉਹਦੇ ਲਈ ਹਰ ਇੱਕ ਚੀਜ਼ ਸੰਭਵ ਹੈ। ਜ਼ਰੂਰਤ ਹੈ ਸਾਨੂੰ ਉਸ ਚੀਜ਼ ਦੇ ਲਈ ਤਿਆਰ ਹੋਣ ਦੀ, ਜ਼ਰੂਰਤ ਹੈ ਸਾਨੂੰ ਉਸ ਚੀਜ਼ ਨੂੰ ਦੇਖਣ ਦੇ ਲਈ। ਹਾਲੇਲੂਇਆ। ਇੱਕ ਚੀਜ਼ ਹਮੇਸ਼ਾ ਯਾਦ ਰੱਖਿਆ ਕਰੋ, ਹਮੇਸ਼ਾ ਇੱਕ ਚੀਜ਼ ਨੂੰ ਆਪਣੇ ਮਾਈਂਡ ਦੇ ਵਿੱਚ, ਆਪਣੇ ਜ਼ਿਹਨ ਦੇ ਵਿੱਚ ਰੱਖਿਆ ਕਰੋ। ਕਿਹੜੀ ਚੀਜ਼ ਨੂੰ? ਕਿ ਅਸੀਂ ਕਦੇ ਵੀ ਇਕੱਲੇ ਨਹੀਂ ਹੈਗੇ, ਅਸੀਂ ਕਦੇ ਵੀ ਇਕੱਲੇ ਨਹੀਂ ਹੈਗੇ, ਸਾਡੇ ਨਾਲ ਹਮੇਸ਼ਾ ਸਾਡਾ ਪਰਮੇਸ਼ਰ ਹੈ। ਜ਼ਬੂਰਾਂ ਦੇ ਵਿੱਚ ਲਿਖਿਆ ਗਿਆ ਕਿ ਪਰਮੇਸ਼ਰ ਸਾਡੇ ਨਾਲ ਹੈ, ਯਹੋਵਾ ਸਾਡੇ ਨਾਲ ਨਾਲ। ਅਸੀਂ ਗਾਣਾ ਵੀ ਗਾਣੇ ਨਾ ਕਿ ਯਹੋਵਾ ਸਾਡੇ ਨਾਲ ਨਾਲ ਹੈ, ਉਹ ਸਾਡੇ ਨਾਲ ਨਾਲ ਹੈਗਾ ਵੀ ਹੈ। ਅਗਰ ਅਸੀਂ ਉਸ ਚੀਜ਼ ਨੂੰ ਵਿਸ਼ਵਾਸ ਦੇ ਨਾਲ ਲੈਂਦੇ ਹਾਂ ਕਿ ਸੱਚਮੁੱਚ ਉਹ ਹੈਗਾ, ਤੇ ਉਹ ਸੱਚਮੁੱਚ ਹੈਗਾ। ਅਗਰ ਅਸੀਂ ਕਹੀਏ ਕਿ ਨਹੀਂ, ਤੇ ਉਹਨਾਂ ਲੋਕਾਂ ਦੇ ਲਈ ਨਹੀਂ ਹੈਗਾ। ਉਹ ਤਾਂ ਉੱਥੇ ਹੀ ਹੈ, ਉੱਥੇ ਹੈਗਾ, ਪਰ ਉਹਦੇ ਵਿਸ਼ਵਾਸ ਕਰਨ ਵਾਲਿਆਂ ਲਈ ਹੈਗਾ, ਪਰ ਜਿਹੜੇ ਨਹੀਂ ਕਰਦੇ ਉਹਨਾਂ ਲਈ ਨਹੀਂ ਹੈਗਾ। ਤੇ ਫਿਰ ਇਹ ਸਾਨੂੰ ਹੁਣ ਜ਼ਰੂਰਤ ਹੈ ਕਿ ਅਸੀਂ ਉਸ ਵਚਨ ਨੂੰ ਜਾਂ ਇਸ ਚੀਜ਼ ਨੂੰ ਅਸੀਂ ਕਿਸ ਤਰ੍ਹਾਂ ਲੈ ਰਹੇ ਹਾਂ। ਹਾਲੇਲੂਇਆ। ਇੱਕ ਬੜੀ ਅੱਛੀ ਗੱਲ ਹੈ ਜਦੋਂ ਖੁਦਾ ਸਾਨੂੰ ਲੀਡ ਕਰਨੀ ਸ਼ੁਰੂ ਕਰ ਦਿੰਦਾ, ਜਦੋਂ ਖੁਦਾ ਸਾਡੀ ਅਗਵਾਈ ਕਰਨੀ ਸ਼ੁਰੂ ਕਰ ਦਿੰਦਾ, ਜਦੋਂ ਖੁਦਾ ਸਾਡੀ ਅਗਵਾਈ ਕਰਨੀ ਸ਼ੁਰੂ ਕਰ ਦਿੰਦਾ, ਪਰ ਉਹ ਅਗਵਾਈ ਵੀ ਇੱਕ ਚੀਜ਼ ਤੇ ਕਰਦਾ ਨਾ। ਹੁਣ ਜਦੋਂ ਅਸੀਂ ਪੁਰਾਣੇ ਐਤਨਾਮਿਆਂ ਦੇ ਵਿੱਚ ਪੜ੍ਹਦੇ ਹਾਂ, ਪੁਰਾਣੇ ਸਾਰੇ ਜਿਹੜੇ ਐਤਨਾਮੇ ਸੀ ਇਬਰਾਹਿਮ ਦੇ ਸਮੇਂ ਤੋਂ ਲੈ ਕੇ, ਠੀਕ ਹੈ, ਇਜ਼ਾਹਿਕ, ਯਾਕੂਬ, ਯੂਸਫ, ਜਿੰਨੇ ਵੀ ਜੋ ਸਮਾਂ ਆਇਆ, ਮੂਸਾ, ਹਾरून, ਹਰ ਇੱਕ
ਅਸੀਂ ਉਹਨਾਂ ਦੀ ਕਹਾਣੀ ਦੇ ਵਿੱਚੋਂ ਇੱਕ ਖਾਸ ਗੱਲ ਦੇਖ ਸਕਦੇ ਹਾਂ। ਪਰਮੇਸ਼ਰ ਨੇ ਉਹਨਾਂ ਦੀ ਅਗਵਾਈ ਕੀਤੀ ਹੈ ਤੇ ਪਰਮੇਸ਼ਰ ਸਾਡੀ ਵੀ ਅਗਵਾਈ ਕਰਦਾ ਹੈ। ਪਰ ਉਹਨਾਂ ਦੇ ਵਿੱਚ ਇੱਕ ਖਾਸ ਗੱਲ ਸੀਗੀ ਜਿਹੜੀ ਸਾਨੂੰ ਉਹਨਾਂ ਦੇ ਵਿੱਚੋਂ ਸਿੱਖਣ ਦੀ ਜ਼ਰੂਰਤ ਹੈ ਕਿ ਪਰਮੇਸ਼ਰ ਉਹਨਾਂ ਦੀ ਅਗਵਾਈ ਕਿਵੇਂ ਕਰਦਾ ਸੀ। ਉਹਨਾਂ ਦੀ ਅਗਵਾਈ ਕਿਵੇਂ ਕਰਦਾ ਸੀ ਪਰਮੇਸ਼ਰ। ਪਹਿਲੀ ਚੀਜ਼ ਜਿਹੜੀ ਸੀਗੀ ਉਹਦੇ ਵਿੱਚ ਉਹ ਕੀ ਸੀਗੀ, ਉਹ ਇਹ ਸੀਗੀ ਕਿ ਉਹ ਪਰਮੇਸ਼ਰ ਦੇ ਵੱਲ ਧਿਆਨ ਲਾਉਂਦੇ ਸੀਗੇ। ਉਹ ਪਰਮੇਸ਼ਰ ਦੇ ਪ੍ਰਤੀ ਪੂਰੇ ਕਹਿ ਲਓ ਵੀ ਆਪਣੇ ਕੰਨਾਂ ਨੂੰ ਖੋਲ ਕੇ ਰੱਖਦੇ ਹੁੰਦੇ ਸੀ, ਦਿਨ ਅਤੇ ਰਾਤ ਖੋਲ ਕੇ ਰੱਖਦੇ ਸੀਗੇ। ਉਹ ਆਪਣਾ ਧਿਆਨ ਨਹੀਂ ਸੀ ਭਟਕਣ ਦਿੰਦੇ। ਆਪਣਾ ਜਿਹੜਾ ਪੂਰਾ ਫੋਕਸ ਸੀ, ਆਪਣਾ ਪੂਰਾ ਧਿਆਨ ਸੀ ਪਰਮੇਸ਼ਰ ਵੱਲ ਹੀ ਰੱਖਦੇ ਸੀਗੇ। ਤੇ ਦੂਸਰੀ ਚੀਜ਼ ਸੀ ਜਿਹੜੀ ਖਾਸ ਮੈਨੂੰ ਜਿਹੜੀ ਚੰਗੀ ਲੱਗੀ ਇਹਦੇ ਵਿੱਚੋਂ, ਬੜੇ ਵਧੀਆ ਤਰੀਕੇ ਇੱਕ ਜਵਾਬ ਦਿੰਦੇ ਸੀ ਜਦੋਂ ਪਰਮੇਸ਼ਰ ਉਹਨਾਂ ਨੂੰ ਕਹਿੰਦਾ ਸੀਗਾ। ਇਸ ਐਗਜ਼ਾਮਪਲ ਲੈਣੇ ਜਿਵੇਂ ਕਿ ਇਬਰਾਹਿਮ, ਜਦੋਂ ਪਰਮੇਸ਼ਰ ਕਹਿੰਦਾ ਸੀ ਇਬਰਾਹਿਮ, ਤਾਂ ਉਹ ਆਲ ਮਟੋਲ ਦੀਆਂ ਜਾਂ ਇੱਧਰ ਉੱਧਰ ਦੀਆਂ ਗੱਲਾਂ ਦਾ ਜਵਾਬ ਨਹੀਂ ਸੀ ਕਰਦਾ। ਉਹ ਸਿਰਫ ਇੰਨਾ ਹੀ ਕਹਿੰਦਾ ਹੁੰਦਾ ਸੀਗਾ, ਪਰਮੇਸ਼ਰ ਮੈਂ ਹਾਜ਼ਰ ਹਾਂ। ਕੀ ਕਹਿੰਦਾ ਸੀ ਯਹੋਵਾ, ਪਰਮੇਸ਼ਰ ਮੈਂ ਹਾਜ਼ਰ ਹਾਂ। ਉਹ ਇਹ ਨਹੀਂ ਸੀ ਕਹਿੰਦਾ ਮੈਂ ਸੁੱਤਾ ਪਿਆ, 1 ਮਿੰਟ ਵੇਟ ਕਰੋ, ਜਾਂ ਮੈਂ ਆਉਣਾ, ਕੋਈ ਗੱਲ ਨਹੀਂ ਰੁਕ ਜਾਓ 2 ਮਿੰਟ, ਜਾਂ ਮੈਂ ਆ ਰਿਹਾ। ਉਹ ਇਸ ਤਰ੍ਹਾਂ ਦੇ ਐਕਸਕਿਊਜ਼ ਨਹੀਂ ਸੀ ਲਾ ਰਿਹਾ। ਉਹ ਇਸ ਤਰ੍ਹਾਂ ਦੇ ਐਕਸਕਿਊਜ਼ ਨਹੀਂ ਸੀ ਲਾ ਰਿਹਾ। ਉਹ ਹਾਲਾਤਾਂ ਨੂੰ ਜੇ ਅਸੀਂ ਬਦਲਣਾ ਚਾਹੁੰਦੇ ਹਾਂ ਨਾ, ਤਾਂ ਸਾਨੂੰ ਉਹਦੇ ਪ੍ਰਤੀ ਪਹਿਲੀ ਚੀਜ਼ ਕਿ ਆਪਣੇ ਕੰਨ ਪੂਰਾ ਧਿਆਨ ਪਰਮੇਸ਼ਰ ਵੱਲ ਲਾਓ। ਦੂਸਰੀ ਚੀਜ਼ ਉਹਦੇ ਪ੍ਰਤੀ ਹਾਜ਼ਰ ਜਵਾਬ ਰਹੋ। ਹਾਜ਼ਰ ਜਵਾਬ ਹੋਣਾ ਬੜਾ ਜ਼ਰੂਰੀ ਹੈ। ਅਸੀਂ ਕਾਲਜਾਂ ਸਕੂਲਾਂ ਦੇ ਵਿੱਚ ਪੜ੍ਹਿਆ ਨਾ, ਹਾਜ਼ਰ ਜਵਾਬ ਅਗਰ ਨਹੀਂ ਹੁੰਦੇ ਸੀ ਤੇ ਸਾਡੀ ਕਈ ਵਾਰ ਐਬਸੈਂਟ ਵੀ ਲੱਗ ਜਾਂਦੇ ਸੀ ਜਦੋਂ ਅਟੈਂਡੈਂਸ ਲਾਉਂਦੇ ਸੀ। ਸਹੀ ਗੱਲ ਹੈ। ਤਾਂ ਉਹ ਜਿਹੜੀ ਅਟੈਂਡੈਂਸ ਦੇ ਵੇਲੇ ਅਸੀਂ ਹਾਜ਼ਰ ਜਵਾਬੀ ਬਣਦੇ ਸੀਗੇ, ਯੈਸ ਪ੍ਰੈਜ਼ੈਂਟ ਕਹਿੰਦੇ ਸੀਗੇ, ਤਾਂ ਉਸੇ ਸਮੇਂ ਸਾਨੂੰ ਉਹਦੀ ਕਰਨ ਦੀ ਜ਼ਰੂਰਤ ਹੈ ਕਿ ਹਾਂ ਉਸ ਸਮੇਂ ਕਹੋ ਯੈਸ ਪਰਮੇਸ਼ਰ ਮੈਂ ਹਾਜ਼ਰ ਹਾਂ। ਪਹਿਲੀ ਚੀਜ਼ ਧਿਆਨ ਲਾਓ ਤੇ ਦੂਜੀ ਚੀਜ਼ ਹਾਜ਼ਰ ਜਵਾਬ। ਹਾਜ਼ਰ ਜਵਾਬੀ ਬੜੀ ਜ਼ਰੂਰੀ ਹੈ। ਕੱਲਾ ਧਿਆਨ ਲਾਉਣਾ ਵੀ ਜ਼ਰੂਰੀ ਨਹੀਂ। ਧਿਆਨ ਲਾਓ ਤੇ ਪਰਮੇਸ਼ਰ ਪੁਕਾਰਦਾ ਰਵੇ ਤੇ ਤੁਸੀਂ ਕਿਸੇ ਬੀਰਤੀ ਦੇ ਵਿੱਚ ਲੱਗੇ ਰਹੋ ਤੇ ਉਹਦਾ ਵੀ ਕੋਈ ਫਾਇਦਾ ਨਹੀਂ। ਇਹ ਸਾਰੀਆਂ ਚੀਜ਼ਾਂ ਬੜੀਆਂ ਜ਼ਰੂਰੀ ਨੇ ਸਾਰੀਆਂ, ਕਿ ਇਹ ਮਿਲ ਕੇ ਕੰਮ ਕਰਨ। ਹਾਲੇਲੂਇਆ। ਤਾਂ ਜੋ ਪਰਮੇਸ਼ਰ ਤੁਹਾਨੂੰ ਉਹਨਾਂ ਹਾਲਾਤਾਂ ਦੇ ਵਿੱਚੋਂ ਬਾਹਰ ਕੱਢਣ ਦੇ ਵਿੱਚ ਤੁਹਾਡੀ ਮਦਦ, ਤੁਹਾਡੀ ਸਹਾਇਤਾ ਕਰੇ। ਕਿਉਂਕਿ ਹਾਲਾਤ ਵੀ ਤਦੇ ਬਦਲਣਗੇ ਜੇ ਅਸੀਂ ਉਹਦੇ ਵੱਲ ਧਿਆਨ ਲਾਵਾਂਗੇ, ਉਹਦੀਆਂ ਗੱਲਾਂ ਨੂੰ ਸਮਝਾਂਗੇ, ਸੁਣਾਂਗੇ। ਹਾਲੇਲੂਇਆ। ਅਸੀਂ ਇਸੇ ਦੇ ਨਾਲ ਨਾਲ ਹੀ ਜ਼ਬੂਰ ਦੀ ਪੋਥੀ ਦੇ ਵਿੱਚ ਹੀ ਜਾਵਾਂਗੇ। ਤੁਹਾਨੂੰ ਜ਼ਿਆਦਾ ਉਹਦੇ ਵਿੱਚ ਨਹੀਂ ਲੈ ਕੇ ਜਾਵਾਂਗੇ, ਜ਼ਬੂਰਾਂ ਦੀ ਪੋਥੀ ਦੇ ਵਿੱਚ ਹੀ ਜਾਵਾਂਗੇ। ਅਸੀਂ ਉਹਦੀ 32 ਚੈਪਟਰ, ਉਹਦੀ 8 ਆਇਤ ਦੇ ਵਿੱਚ ਜਾਵਾਂਗੇ ਅਤੇ ਅਸੀਂ ਦੇਖਾਂਗੇ ਪ੍ਰਭੂ ਦਾ ਵਚਨ ਕੀ ਕਹਿ ਰਿਹਾ। ਵਚਨ ਕਹਿ ਰਿਹਾ ਕਿ ਮੈਂ ਤੈਨੂੰ ਸਮਝ ਦੇਵਾਂਗਾ। ਜਿਨ੍ਹਾਂ ਕੋਲੇ ਬੁੱਧ ਨਹੀਂ ਅੱਜ ਮੰਗੋ। ਇਹ ਵਚਨ ਹੋ ਸਕਦਾ ਤੁਹਾਡੇ ਲਈ ਹੋਵੇ, ਹੋ ਸਕਦਾ ਮੇਰੇ ਲਈ ਹੋਵੇ, ਸਾਡੇ ਸਭ ਦੇ ਲਈ ਹੋਵੇ। ਅਗਰ ਜਿਹਦੇ ਕੋਲੇ ਬੁੱਧ ਦੀ ਘਾਟ ਹੈ, ਪਰਮੇਸ਼ਰ ਦਾ ਵਚਨ ਕਹਿੰਦਾ ਤੇ ਮੰਗ ਲਓ। ਪਰਮੇਸ਼ਰ ਕੀ ਕਹਿ ਰਿਹਾ, ਮੈਂ ਤੈਨੂੰ ਸਮਝ ਦੇਵਾਂਗਾ। ਉਹ ਸਮਝ ਦੇ ਰਿਹਾ। ਰਿਸੀਵ ਕਰੋ ਇਸ ਚੀਜ਼ ਨੂੰ, ਕਿਉਂਕਿ ਵਚਨ ਸਿਰਫ ਪੜਿਆ ਨਹੀਂ ਜਾ ਰਿਹਾ। ਇਹਨੂੰ ਰਿਸੀਵ ਕਰੋ ਕਿ ਸੱਚਮੁੱਚ ਮੈਂ ਰਿਸੀਵ ਕਰ ਰਿਹਾ ਇਸ ਚੀਜ਼ ਨੂੰ, ਕਿ ਹਾਂ ਮੈਨੂੰ ਪਰਮੇਸ਼ਰ ਸਮਝ ਦੇਵੇ, ਇਹਨਾਂ ਹਾਲਾਤਾਂ ਦੇ ਵਿੱਚ ਮੈਨੂੰ ਲੜਨ ਦੀ ਸ਼ਕਤੀ ਦੇਵੇ, ਸਮਝ ਦੇਵੇ, ਅਤੇ ਜਿਸ ਰਾਹ ਤੇ ਤੂੰ ਚੱਲਣਾ ਹੈ ਤੈਨੂੰ ਸਿਖਾਵੇਗਾ। ਅੱਜ ਪਰਮੇਸ਼ਰ ਤੁਹਾਨੂੰ ਰਾਹ ਵੀ ਸਿਖਾ ਰਿਹਾ। ਕਿੰਨੇ ਮੇਰੇ ਭੈਣ ਭਰਾ ਨੇ ਜਿਹੜੇ ਵਿਸ਼ਵਾਸ ਕਰਕੇ ਰਿਸੀਵ ਕਰ ਰਹੇ ਨੇ, ਜਿਹੜੇ ਕਹਿ ਰਹੇ ਨੇ ਕਿ ਪਰਮੇਸ਼ਰ ਮੈਨੂੰ ਸਮਝ ਵੀ ਦੇ ਰਿਹਾ ਤੇ ਮੇਰੇ ਰਾਹਾਂ ਨੂੰ ਸਿਖਾ ਰਿਹਾ, ਮੈਨੂੰ ਰਾਹ ਸਹੀ ਦਿਖਾ ਰਿਹਾ। ਅੱਜ ਮੇਰੇ ਪਰਮੇਸ਼ਰ ਜਿਹੜੇ ਹਾਲਾਤ, ਜਿਹੜੇ ਮੇਰੇ ਰਾਹ ਵਿਗੜੇ ਸੀਗੇ, ਉਹ ਅੱਜ ਰਾਹਾਂ ਨੂੰ ਬਿਲਕੁਲ ਸਹੀ ਲੈ ਕੇ ਉਸ ਸਹੀ ਰਾਹ ਤੇ ਜਾ ਰਿਹਾ। ਅੱਜ ਕਿੰਨੇ ਜਣੇ ਵਿਸ਼ਵਾਸ ਕਰ ਰਹੇ ਨੇ, ਅੱਜ ਤੁਹਾਡੇ ਤੇ ਨਿਰਭਰ ਕਰਦਾ ਹੈ। ਸ਼ਾਇਦ ਇਹ ਵਚਨ ਤੁਹਾਡੀ ਜ਼ਿੰਦਗੀ ਨੂੰ ਬਦਲ ਦੇਵੇ, ਹੋ ਸਕਦਾ ਇੱਕ ਲਫ਼ਜ਼ ਤੁਹਾਡੀ ਜ਼ਿੰਦਗੀ ਨੂੰ ਬਦਲ ਦੇਵੇ, ਪਰ ਜ਼ਰੂਰਤ ਹੈ ਸਿਰਫ ਰਿਸੀਵ ਕਰਨ ਦੀ, ਜ਼ਰੂਰਤ ਹੈ ਉਸ ਚੀਜ਼ ਨੂੰ ਮੰਨਣ ਦੀ। ਕਿਉਂਕਿ ਜਿਵੇਂ ਖੁਦਾਵੰਦ ਨੇ ਦੇਖਿਆ, ਅਸੀਂ ਪੁਰਾਣੇ ਐਤਨਾਮੇ ਦੇ ਵਿੱਚ ਵੀ ਦੇਖਿਆ ਤੇ ਨਵੇਂ ਐਤਨਾਮੇ ਦੇ ਵਿੱਚ ਵੀ ਦੇਖਿਆ ਕਿ ਸਿਰਫ ਵਿਸ਼ਵਾਸ ਤੇ ਗੱਲ ਅੜਦੀ ਹੈ, ਵਿਸ਼ਵਾਸ ਤੇ ਗੱਲ ਹੁੰਦੀ ਹੈ। ਅਸੀਂ ਹਰ ਸਮੇਂ ਗੱਲਾਂ ਕਰਦੇ ਹਾਂ ਤੇ ਉਹ ਦੇਖਦੇ ਹਾਂ ਜਿਵੇਂ ਪਰਮੇਸ਼ਰ ਨੇ ਉਸ ਸਮੇਂ ਵੀ ਮੁਰਦਿਆਂ ਨੂੰ ਜਵਾਇਆ ਸੀਗਾ, ਉਹਨੇ ਵਿਸ਼ਵਾਸ ਨਾਲ ਹੀ ਕਿਹਾ ਸੀਗਾ। ਹਾਲੇਲੂਇਆ। ਉਹਨੇ ਵਿਸ਼ਵਾਸ ਨਾਲ ਹੀ ਕਿਹਾ ਸੀਗਾ। ਉਹਨੇ ਉਸੇ ਸਮੇਂ ਜਿਵੇਂ ਲੰਗੜਿਆਂ ਨੂੰ ਹੀ ਚਲਾਇਆ ਸੀਗਾ, ਜਿਹੜੇ ਜਨਮ ਦੇ ਲੰਗੜਿਆਂ ਨੂੰ ਅਸੀਂ ਗਾਣਾ ਗਾਣੇ ਕਿ ਜਨਮ ਦੇ ਲੰਗੜਿਆਂ ਨੂੰ ਚਲਾਉਂਦਾ, ਪਰ ਵਿਸ਼ਵਾਸ ਸਾਡੇ ਤੇ ਕਿ ਅਸੀਂ ਅੱਜ ਕਿਵੇਂ ਰਿਸੀਵ ਕਰ ਰਹੇ ਹਾਂ। ਉਹ ਸਾਨੂੰ ਸਮਝ ਦੇ ਰਿਹਾ, ਉਹ ਸਾਡੇ ਰਾਹਾਂ ਨੂੰ ਸਿਖਾ ਰਿਹਾ ਤੇ ਅੱਗੇ ਕੀ ਹੈ, ਉਹ ਤੇਰੇ ਤੇ ਨਿਗਾਹ ਰੱਖ ਕੇ ਤੈਨੂੰ ਸਲਾਹ ਵੀ ਦੇਵੇਗਾ। 3 ਚੀਜ਼ਾਂ ਇਸ ਵਚਨ ਦੇ ਵਿੱਚ ਨੇ। ਪਹਿਲੀ ਚੀਜ਼ ਬੁੱਧ ਦੇ ਰਿਹਾ, ਦੂਸਰੀ ਚੀਜ਼ ਉਹ ਸਾਨੂੰ ਸਮਝ ਵੀ ਦੇ ਰਿਹਾ ਤੇ ਨਾਲ ਨਾਲ ਸਾਡੇ ਰਾਹਾਂ ਨੂੰ ਵੀ ਸਾਡੇ ਨੂੰ ਸਿਖਾ ਰਿਹਾ, ਤੇ ਤੀਸਰੀ ਚੀਜ਼ ਖਾਸ ਕੀ ਦੇ ਰਿਹਾ, ਪਰਮੇਸ਼ਰ ਸਾਨੂੰ
ਸਲਾਹ ਵੀ ਦੇ ਰਿਹਾ, ਸਾਡੇ ਤੇ ਨਿਗਾਹ ਲਾ ਕੇ, ਨਿਗਾਹ ਲਾ ਕੇ, ਥੋੜਾ ਜਿਹਾ ਧਿਆਨ ਦਿਓ, ਨਿਗਾਹ ਲਾ ਕੇ ਦੇ ਰਿਹਾ ਪਰਮੇਸ਼ਰ, ਸਾਡੇ ਤੇ ਨਿਗਾਹ ਲਾਈ ਰੱਖ ਰਿਹਾ ਕਿ ਅਸੀਂ ਜਿਹੜੇ ਰਾਹਾਂ ਤੇ ਜਾ ਰਹੇ ਹਾਂ ਉਹ ਰਾਹ ਸੱਚਮੁੱਚ ਸਾਡੇ ਲਈ ਸਹੀ ਨੇ। ਹਾਲੇਲੂਇਆ, ਪਰਮੇਸ਼ਰ ਦਾ ਧੰਨਵਾਦ ਹੋਵੇ, ਪਰਮੇਸ਼ਰ ਦੀ ਬਰਕਤ ਹੋਵੇ ਸਭਨਾਂ ਦੇ ਲਈ। ਇਹ ਵਾਅਦੇ ਨੇ ਜਿਹੜੇ ਪਰਮੇਸ਼ਰ ਦੇ ਸੱਚੇ ਠਹਿਰਨ। ਜਿਵੇਂ ਕਿ ਪਰਮੇਸ਼ਰ ਨੇ ਇਸ ਵਚਨ ਦੇ ਵਿੱਚ 3 ਚੀਜ਼ਾਂ ਕਹੀਆਂ ਨੇ, ਮੈਂ ਫਿਰ ਤੋਂ ਤੁਹਾਨੂੰ ਦੱਸ ਰਿਹਾ। ਪਰਮੇਸ਼ਰ ਕਹਿ ਰਿਹਾ, ਸਮਝ ਦੇ ਰਿਹਾ ਮੈਂ ਤੁਹਾਨੂੰ, ਤੁਹਾਡੇ ਰਾਹਾਂ ਨੂੰ ਅੱਜ ਬਿਲਕੁਲ ਸਹੀ ਕਰ ਰਿਹਾ। ਤੇ ਤੀਸਰੀ ਚੀਜ਼, ਮੈਂ ਤੁਹਾਡੇ ਉੱਤੇ ਤੁਹਾਨੂੰ ਸਲਾਹ ਵੀ ਦੇ ਰਿਹਾ, ਉਸ ਰਾਹ ਤੇ ਚੱਲਦੇ ਚੱਲਦੇ ਤੁਹਾਨੂੰ ਸਲਾਹ ਵੀ ਦੇ ਰਿਹਾ ਪਰਮੇਸ਼ਰ। ਅੱਜ ਮੈਂ ਇੱਕ ਵਚਨ ਤੁਹਾਡੇ ਨਾਲ ਹੋਰ ਸਾਂਝਾ ਕਰਾਂਗਾ। ਇਸ ਵਚਨ ਦੇ ਨਾਲ ਮੈਂ ਥੋੜਾ ਜਿਹਾ ਦੇਖਾਂਗਾ ਅਗਰ ਸਮਾਂ ਹੋਵੇਗਾ ਤੇ। ਹਾਲੇਲੂਇਆ। ਤੇ ਇਸ ਸਮੇਂ ਦੇ ਨਾਲ ਮੈਂ ਵਚਨ ਦੇ ਵਿੱਚ ਜਾਵਾਂਗਾ, ਜ਼ਬੂਰਾਂ ਦੀ ਪੋਥੀ ਉਹਦੀ 90 ਚੈਪਟਰ ਉਹਦੀ 17 ਆਇਤ ਦੇ ਵਿੱਚ ਦੇਖਾਂਗੇ ਆਪਾਂ ਕੀ ਲਿਖਿਆ। ਪ੍ਰਭੂ ਸਾਡੇ ਪਰਮੇਸ਼ਰ ਦੀ ਪ੍ਰਸੰਨਤਾ ਸਾਡੇ ਉੱਤੇ ਹੋਵੇ, ਸਾਡੇ ਹੱਥਾਂ ਦੇ ਕੰਮ ਸਾਡੇ ਲਈ ਕਾਇਮ ਕਰ। ਹਾਂ, ਸਾਡੇ ਹੱਥਾਂ ਦੇ ਕੰਮ ਕਾਇਮ ਕਰ। ਕਿੰਨੇ ਜਣੇ ਵਿਸ਼ਵਾਸ ਕਰਕੇ ਕਹਿ ਰਹੇ ਨੇ ਕਿ ਸਾਡੇ ਹੱਥਾਂ ਦੇ ਕੰਮਾਂ ਨੂੰ ਕਾਇਮ ਕਰੇ ਪਰਮੇਸ਼ਰ, ਸਾਨੂੰ ਤੰਦਰੁਸਤੀ ਦੇਵੇ, ਸਾਡੇ ਹਾਲਾਤਾਂ ਦੇ ਵਿੱਚ ਅਸੀਂ ਆਪਣੇ ਕੰਮਾਂ ਦੇ ਉੱਤੇ ਬਰਕਤ ਪਾਈਏ, ਚੰਗਿਆਈ ਪਾਈਏ। ਕਿੰਨੇ ਜਣੇ ਵਿਸ਼ਵਾਸ ਕਰਕੇ ਰਿਸੀਵ ਕਰ ਰਹੇ ਨੇ? ਵਿਸ਼ਵਾਸ ਕਰੋ ਕਿ ਸਾਡੇ ਹੱਥਾਂ ਦੇ ਕੰਮਾਂ ਨੂੰ ਅੱਜ ਪਰਮੇਸ਼ਰ ਸਹੀ ਕਰ ਦੇਵੇ, ਸਾਡੇ ਹਾਲਾਤਾਂ ਨੂੰ ਠੀਕ ਕਰ ਦੇਵੇ, ਅਸੀਂ ਪਰਮੇਸ਼ਰ ਦੀ ਪ੍ਰਸੰਨਤਾ ਕਰਨ ਵਾਲੇ ਬਣ ਜਾਈਏ। ਉਹਦੀ ਜਿਹੜੀ ਖੁਸ਼ੀ ਹੈ ਸਾਡੇ ਉੱਤੇ ਆਵੇ, ਉਹਦੀ ਦਇਆ ਸਾਡੇ ਉੱਤੇ ਆ ਜਾਵੇ। ਅੱਜ ਉਹਦੀ ਜਿਹੜੀ ਖੁਸ਼ੀ ਪ੍ਰਸੰਨਤਾ ਹੈ ਉਹ ਸਾਡੇ ਤੇ ਵੀ ਆਵੇ ਕਿ ਅਸੀਂ ਖੁਸ਼ ਰਹਿ ਸਕੀਏ, ਅਸੀਂ ਆਨੰਦਿਤ ਰਹਿ ਸਕੀਏ। ਹਾਲੇਲੂਇਆ। ਜਦੋਂ ਅਸੀਂ ਪਰਮੇਸ਼ਰ ਦੀ ਮਰਜ਼ੀ ਦੇ ਮੁਤਾਬਕ ਨਹੀਂ ਚੱਲਦੇ ਤਾਂ ਸਾਡਾ ਉਹ ਹਾਲ ਹੁੰਦਾ ਜਿਵੇਂ ਜੁਨਾਹ ਦੇ ਨਾਲ ਹੋਇਆ ਸੀਗਾ। ਮੇਰੇ ਕਹਾਣੀ ਇਸ ਸਮੇਂ ਯਾਦ ਆ ਰਹੀ ਹੈ ਕਿ ਜੁਨਾਹ ਨੂੰ ਕਿਹਾ ਗਿਆ ਸੀਗਾ ਕਿ ਨੀਨਵਾ ਸ਼ਹਿਰ ਨੂੰ ਜਾ। ਪਰਮੇਸ਼ਰ ਦੀ ਮਰਜ਼ੀ ਸੀਗੀ ਕਿ ਉਹਨੂੰ ਮੈਂ ਨੀਨਵਾ ਸ਼ਹਿਰ ਨੂੰ ਭੇਜਾਂ, ਪਰ ਉਹਨੇ ਆਪਣੀ ਮਰਜ਼ੀ ਪੂਰੀ ਕੀਤੀ। ਉਹਨੇ ਆਪਣੀ ਮਰਜ਼ੀ ਪੂਰੀ ਕੀਤੀ, ਪਰਮੇਸ਼ਰ ਦੀ ਮਰਜ਼ੀ ਨਹੀਂ ਪੂਰੀ ਹੋਣ ਦਿੱਤੀ। ਤਾਂ ਕਿਸ ਹਾਲਾਤਾਂ ਦੇ ਵਿੱਚ ਫਸਿਆ ਆਪਾਂ ਸਭ ਨੂੰ ਉਸ ਕਹਾਣੀ ਦਾ ਪਤਾ ਹੈ। ਕਿਸ ਤਰ੍ਹਾਂ ਮੱਛੀ ਦੇ ਪੇਟ ਦੇ ਵਿੱਚ 3 ਦਿਨ ਰਿਹਾ ਤੇ ਫਿਰ ਮੱਛੀ ਦੇ ਪੇਟ ਚੋਂ ਕੀ ਪ੍ਰਾਰਥਨਾ ਕੀਤੀ ਸੀ ਉਹਨੇ ਕਿ ਪਰਮੇਸ਼ਰ ਮੈਨੂੰ ਮਾਫ ਕਰ, ਕਿ ਪਰਮੇਸ਼ਰ ਮੈਨੂੰ ਮਾਫ ਕਰ, ਜਿਹੜੀ ਤੇਰੀ ਮਰਜ਼ੀ ਮੈਂ ਉਹਨੂੰ ਹੁਣ ਪੂਰੀ ਕਰਾਂ। ਆਖਰ ਨੂੰ ਜੋ ਪਰਮੇਸ਼ਰ ਦੀ ਮਰਜ਼ੀ ਸੀ ਉਹ ਨੀਨਵਾ ਸ਼ਹਿਰ ਨੂੰ ਗਿਆ। ਪਰ ਅਸੀਂ ਕਿਉਂ ਉਸ ਗਲਤੀ ਨੂੰ ਦੁਹਰਾਈਏ? ਅਸੀਂ ਇਹਨਾਂ ਕਹਾਣੀਆਂ ਤੋਂ ਕੁਝ ਸਿੱਖੀਏ। ਇਹ ਕਹਾਣੀਆਂ ਨੇ ਜਿਹੜੀਆਂ ਸਾਨੂੰ ਇਹ ਦਿੱਤੀਆਂ ਗਈਆਂ ਨੇ, ਉਹ ਕਹਾਣੀਆਂ ਸਾਨੂੰ ਕੁਝ ਸਿਖਾਉਣ ਦੇ ਲਈ ਦਿੱਤੀਆਂ ਗਈਆਂ ਨੇ ਕਿ ਜੋ ਗਲਤੀਆਂ ਉਹਨਾਂ ਨੇ ਕੀਤੀਆਂ ਅਸੀਂ ਨਾ ਦੁਹਰਾਈਏ। ਜੋ ਗਲਤੀ ਯੂਨਾਹ ਨੇ ਕੀਤੀ ਇੱਕ ਵਾਰਾ, ਪਰਮੇਸ਼ਰ ਦੀ ਅਨਾਗਿਆਕਾਰੀ ਕੀਤੀ ਇੱਕ ਵਾਰਾ, ਉਹਨਾਂ ਨੇ ਨੀਨਵਾ ਸ਼ਹਿਰ ਨੂੰ ਜਾਣ ਦੇ ਲਈ ਕਿਹਾ, ਉਹ ਨਹੀਂ ਗਿਆ। ਪਹਿਲੀ ਵਾਰ ਫਸਟ ਟਾਈਮ ਉਹ ਨਹੀਂ ਗਿਆ। ਫਿਰ ਪਰਮੇਸ਼ਰ ਤੋਂ ਮਾਫੀ ਮੰਗ ਕੇ ਵਾਪਸ ਆ ਕੇ ਫਿਰ ਤੋਂ ਉਹਦੀ ਮਰਜ਼ੀ ਨੂੰ ਪੂਰਾ ਕੀਤਾ। ਤਾਂ ਇਸ ਕਹਾਣੀ ਤੋਂ ਅਸੀਂ ਸਿੱਖੀਏ ਕਿ ਅਸੀਂ ਜਿਹੜੀ ਪਰਮੇਸ਼ਰ ਦੀ ਮਰਜ਼ੀ ਹੈ, ਜੋ ਉਹਦੀ ਵਿਲ ਆ ਸਾਡੇ ਲਈ, ਜੋ ਉਹਦੀ ਮਰਜ਼ੀ ਆ, ਅਸੀਂ ਉਹਨੂੰ ਪੂਰਾ ਕਰੀਏ। ਜੋ ਸਾਡੇ ਤੋਂ ਚਾਹ ਰਿਹਾ, ਜੋ ਸਾਡੇ ਇਹਨਾਂ ਹਾਲਾਤਾਂ ਦੇ ਵਿੱਚ ਸਾਨੂੰ ਦੱਸ ਰਿਹਾ ਕਿ ਹਾਂ ਇਹ ਚੀਜ਼ ਪੂਰੀ ਇਸ ਤਰ੍ਹਾਂ ਹੋਣੀ ਚਾਹੀਦੀ ਹੈ, ਜੋ ਸਾਨੂੰ ਕਹਿ ਰਿਹਾ ਅਸੀਂ ਉਸ ਚੀਜ਼ ਨੂੰ ਪੂਰੀ ਕਰੀਏ, ਤਾਂ ਜੋ ਜਿਹੜੇ ਸਾਡੇ ਹਾਲਾਤ ਨੇ ਉਹ ਬਦਲ ਜਾਣ। ਬਾਰ-ਬਾਰ ਮੈਂ ਇੱਕੋ ਹੀ ਰਿਪੀਟ ਕਰ ਰਿਹਾ, ਹਾਲਾਤ ਮਾੜੇ ਨਹੀਂ ਹੈਗੇ, ਇਹ ਹਾਲਾਤ ਵੀ ਚੰਗੇ ਨੇ ਕਿ ਅਸੀਂ ਪਰਮੇਸ਼ਰ ਦੇ ਕਰੀਬ ਆਈਏ, ਕਿ ਪਰਮੇਸ਼ਰ ਨੂੰ ਜਾਣੀਏ ਬਿਹਤਰ ਕਰੀਬ ਤੋਂ, ਉਹਦੇ ਨਾਲ ਇੱਕ ਗੂੜਾ ਰਿਸ਼ਤਾ ਬਣਾਈਏ। ਹਾਲੇਲੂਇਆ। ਆਈ ਹੋਪ ਕਿ ਤੁਸੀਂ ਸਭ ਨੇ ਇੱਕ ਵਚਨ ਇਸ ਨੂੰ ਸਾਰਿਆਂ ਨੇ ਸੁਣਿਆ ਬੜੇ ਵਿਸ਼ਵਾਸ ਨਾਲ, ਬੜੇ ਵਧੀਆ ਵਫਾਦਾਰੀ ਦੇ ਨਾਲ। ਤੇ ਮੈਂ ਇਹਦੇ ਨਾਲ ਹੀ ਇੱਕ ਛੋਟਾ ਜਿਹਾ ਵਚਨ ਪੜ੍ਹ ਕੇ ਇਸ ਨੂੰ ਬੰਦ ਕਰਾਂਗਾ। ਹਾਲੇਲੂਇਆ। ਤੇ ਅੱਜ ਸਾਰੇ ਹੀ ਤੁਸੀਂ ਇਸ ਵਚਨ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਰਿਸੀਵ ਵੀ ਕਰਿਓ। ਹਾਲੇਲੂਇਆ। ਇਹ ਮੈਂ ਵਚਨ ਪੜ੍ਹ ਕੇ ਇਸ ਨੂੰ ਬੰਦ ਕਰਾਂਗਾ। ਕਹੌਤਾਂ 3 ਦੀ 5 ਤੇ 6 ਵਚਨ ਨੂੰ ਮੈਂ ਪੜਾਂਗਾ। ਉਹਦੇ ਵਿੱਚ ਲਿਖਿਆ ਕਿ ਆਪਣੇ ਪੂਰੇ ਦਿਲ ਨਾਲ ਯਹੋਵਾ ਉੱਤੇ ਭਰੋਸਾ ਰੱਖ, ਪਹਿਲੀ ਚੀਜ਼, ਅਤੇ ਆਪਣੀ ਹੀ ਸਮਝ ਉੱਤੇ ਇਤਬਾਰ ਨਾ ਕਰ। ਆਪਣੇ ਸਾਰਿਆਂ ਰਾਹਾਂ ਵਿੱਚ ਉਹਨੂੰ ਪਛਾਣ ਅਤੇ ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ। ਗੱਲ ਹੀ ਖਤਮ ਕਰਤੀ ਹੈ ਪਰਮੇਸ਼ਰ ਨੇ ਕਿ ਆਪਣੀ ਸੋਚ ਤੇ ਇਤਬਾਰ ਤਾਂ ਨਾ ਹੀ ਕਰ। ਠੀਕ ਹੈ, ਜਿਹੜੀ ਸੋਚ ਹੈ ਤੇਰੀ ਉਹ ਧੋਖਾ ਦੇ ਸਕਦੀ ਹੈ, ਜਿਹੜੀ ਪਰਮੇਸ਼ਰ ਦੀ ਸੋਚ ਹੈ ਤੇਰੇ ਵਿੱਚ ਉਹ ਤੈਨੂੰ ਧੋਖਾ ਨਹੀਂ ਦੇ ਸਕਦੀ। ਤੇ ਆਪਣੇ ਸਾਰਿਆਂ ਰਾਹਾਂ ਵਿੱਚ ਉਹਨੂੰ ਪਛਾਣ, ਠੀਕ ਹੈ, ਕਿ ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇ, ਨਾ ਕਿ ਤੂੰ ਆਪਣੇ ਆਪ ਨੂੰ, ਨਾ ਕਿ ਅਸੀਂ ਆਪਣੇ ਆਪ ਨੂੰ। ਅਸੀਂ ਆਪਣੇ ਮਾਰਗਾਂ ਨੂੰ ਸਿੱਧਾ ਨਹੀਂ ਕਰ ਸਕਦੇ ਜਿੰਨਾ ਚਿਰ ਸਾਡੀ ਪਰਮੇਸ਼ਰ ਦੀ ਸਾਡੇ ਤੇ ਮਿਹਰ ਨਾ ਹੋਵੇ, ਉਹਦਾ ਮਿਹਰ ਭਰਿਆ ਹੱਥ ਨਾ ਸਾਡੇ ਤੇ ਆਵੇ, ਅਸੀਂ ਆਪਣੇ ਰਾਹਾਂ ਨੂੰ ਸਿੱਧਾ ਨਹੀਂ ਕਰ ਸਕਦੇ। ਤਾਂ ਅੱਜ ਪਰਮੇਸ਼ਰ ਨੂੰ ਕਹੋ, ਅੱਜ ਪਰਮੇਸ਼ਰ ਨੂੰ ਪੁਕਾਰੋ। ਮੈਂ ਇਸ ਵਚਨ ਦੇ ਨਾਲ ਖਤਮ ਕਰਾਂਗਾ। ਅੱਜ ਪਰਮੇਸ਼ਰ ਨੂੰ ਪੁਕਾਰੋ ਤੇ ਪਰਮੇਸ਼ਰ ਨੂੰ ਕਹੋ
कि परमेश्वर मैं अपनी जिहड़ी लाइफ आ मैं तेरे हत्थां दिन्ना, मेरे हालातां नूं मैं तेरे हत्थां दे विच दिन्ना, मेरी जो भी मेरी रुकावट बन रही है मेरी जिंदगी दी, मैं सारियां चीज़ां नूं तेरे हत्थां दे विच दिन्ना। अज ये समा है, इस समा परमेश्वर नूं कहो कि परमेश्वर मैं सारियां चीज़ां नूं तेरे हत्थां दे विच दिन्ना, मेरे हालातां नूं मैनूं माफ कर, क्योंकि समा इस समय पवित्र आत्मा तुहाडे ते आ रही है, तुहाडे ते पवित्र आत्मा आ रही है ਤੇ ਤੁਹਾਨੂੰ ਉਸ ਨਵੇਂ ਵਾਅਦੇ ਦੇ ਨਾਲ ਜੋੜ ਰਹੀ ਹੈ ਜੋ ਪਰਮੇਸ਼ਰ ਅੱਜ ਤੁਹਾਡੇ ਨਾਲ ਵਾਅਦਾ ਕੀਤਾ ਹੈ ਕਿ ਪੂਰੇ ਸੱਚੇ ਮਨ ਦੇ ਨਾਲ, ਪੂਰੇ ਦਿਲ ਦੇ ਨਾਲ, ਉਹ ਇੱਕ ਛੋਟਾ ਜਿਹਾ ਨਹੀਂ, ਪੂਰਾ ਪੂਰੇ ਦਿਲ ਦੇ ਨਾਲ ਅੱਜ ਇੱਕ ਨਵਾਂ ਵਾਅਦਾ ਪਰਮੇਸ਼ਰ ਤੁਹਾਡੇ ਨਾਲ ਕਰ ਰਿਹਾ ਹੈ, ਨਵਾਂ ਡਿਜ਼ਾਇਰ ਪਰਮੇਸ਼ਰ ਤੁਹਾਨੂੰ ਦੇ ਰਿਹਾ ਹੈ ਕਿ ਉਹਦੇ ਘਰ ਦੇ ਵਿੱਚ ਆਓ ਵਫਾਦਾਰੀ ਦੇ ਨਾਲ। ਇਹ ਹਾਲਾਤਾਂ ਤੋਂ ਸਾਨੂੰ ਛੁਟਕਾਰਾ ਮਿਲ ਜੂਗਾ, ਕਿਉਂਕਿ ਜਦੋਂ ਅਸੀਂ ਉਹਦੀ ਬੰਦਗੀਆਂ ਤੋਂ ਦੂਰ ਹੁੰਨੇ ਆ, ਅਸੀਂ ਉਹਦੇ ਕੰਮਾਂ ਤੋਂ ਦੂਰ ਹੁੰਨੇ ਆ, ਹਾਲਾਤ ਵੀ ਸਾਡੇ ਤਦੇ ਹੀ ਵਿਗੜਨੇ ਸ਼ੁਰੂ ਹੋ ਜਾਂਦੇ ਨੇ। ਧਰਮੀ ਤੇ ਪ੍ਰੋਬਲਮ ਤਾਂ ਆਂਦੀ ਹੈ ਪਰ ਪਰਮੇਸ਼ਰ ਟਾਲ ਦਿੰਦਾ ਹੈ, ਪਰ ਜਦੋਂ ਅਸੀਂ ਧਰਮੀ ਬਣ ਕੇ ਬੇਸਮਝੇ ਬਣ ਜਾਂਦੇ ਆ ਉਸ ਸਮੇਂ ਸਾਡੇ ਹਾਲਾਤ ਨਹੀਂ ਬਦਲਦੇ। ਹਾਲਾਤ ਬਦਲਣ ਦੇ ਲਈ ਅਗਰ ਪਰਮੇਸ਼ਰ ਨੂੰ ਅਸੀਂ ਪੁਕਾਰ ਰਹੇ ਆ ਤਾਂ ਸਾਨੂੰ ਅੰਦਰੋਂ ਦੇਖਣ ਦੀ ਜ਼ਰੂਰਤ ਹੈ ਕਿ ਸੱਚਮੁੱਚ ਅਸੀਂ ਕੁਝ ਕਰ ਰਹੇ ਹਾਂ ਪਰਮੇਸ਼ਰ ਦੇ ਲਈ। ਤਾਂ ਜੋ ਸਮਾਂ ਪਰਮੇਸ਼ਰ ਨੂੰ ਕਹੋ ਕਿ ਪਰਮੇਸ਼ਰ ਮੈਨੂੰ ਮਾਫ ਕਰੇ, ਕਿ ਪਰਮੇਸ਼ਰ ਮੈਨੂੰ ਅੱਜ ਨਵਾਂ ਰਾਹ ਸਿਖਾਵੇ, ਮੈਨੂੰ ਅੱਜ ਨਵੀਂ ਸਮਝ ਦੇਵੇ, ਨਵਾਂ ਪਰਮੇਸ਼ਰ ਮੈਨੂੰ ਰਾਹ ਦਿਖਾਵੇ ਤੇ ਮੈਨੂੰ ਇੱਕ ਨਵੀਂ ਸਲਾਹ ਦੇਵੇ, ਮੇਰੇ ਮਨ ਦੇ ਵਿੱਚ, ਮੇਰੀ ਸੋਚ ਦੇ ਵਿੱਚ ਉਸ ਨੂੰ ਪਾਵੇ ਕਿ ਮੈਂ ਕੀ ਇਹਨਾਂ ਹਾਲਾਤਾਂ ਦੇ ਵਿੱਚ ਕਰ ਸਕਦਾ। ਮੈਂ ਤੇਰੇ ਕਰੀਬ ਆਵਾਂ, ਮੈਂ ਤੇਰੇ ਵਚਨ ਨੂੰ ਜਾਣਾ, ਤੇਰੀ ਪਿਆਸ, ਤੇਰੀ ਭੁੱਖ ਮੇਰੇ ਅੰਦਰ ਵਧੇ, ਤਾਂ ਜੋ ਮੈਂ ਤੇਰੀ ਜਿਹੜੀ ਵਿਲ, ਤੇਰੀ ਮਰਜ਼ੀ ਹੈ ਮੈਂ ਉਹਨੂੰ ਪੂਰੀ ਕਰਾਂ, ਨਾ ਕਿ ਮੈਂ ਆਪਣੀ ਮਰਜ਼ੀ ਨੂੰ, ਨਾ ਕਿ ਮੈਂ ਆਪਣੀ ਸੋਚ ਨੂੰ ਪੂਰੀ ਕਰਾਂ। ਅੱਜ ਤੁਹਾਡੇ ਕੋਲ ਸਮਾਂ, ਅਗਰ ਤੁਸੀਂ ਖੜੇ ਹੋ, ਬੈਠੇ ਹੋ, ਖੜੇ ਹੋ ਜਾਵੋ, ਅਗਰ ਤੁਸੀਂ ਕੁਝ ਵੀ ਕਰਨਾ ਚਾਹ ਰਹੇ ਹੋ, ਅਗਰ ਗੋਡੇ ਭਰ ਜਾਣਾ ਚਾਹੁੰਦੇ ਹੋ ਤੇ ਜਾਓ, ਕਿਉਂਕਿ ਅੱਜ ਪਰਮੇਸ਼ਰ ਤੁਹਾਡੇ ਨਾਲ ਨਵਾਂ ਵਾਅਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਪਰਮੇਸ਼ਰ ਕਹਿ ਰਿਹਾ ਹੈ ਕਿ ਆਪਣੀ ਸੋਚ ਤੇ ਇਤਬਾਰ ਨਾ ਕਰ, ਆਪਣੀ ਸੋਚ ਨਾਲ ਨਾ ਲੜ, ਇਹ ਸਾਰੇ ਹਾਲਾਤਾਂ ਨੂੰ ਪਰਮੇਸ਼ਰ ਦੇ ਕੋਲੇ ਦੇ ਦੇ। ਅੱਜ ਪਰਮੇਸ਼ਰ ਨਵਾਂ ਰਸਤਾ ਓਪਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਹ ਤੁਹਾਨੂੰ ਜਿਹੜੇ ਲੋਕ ਨੇ, ਜਿਹੜੇ ਮੇਰੇ ਭੈਣ ਭਰਾ ਇਹਨਾਂ ਸਾਰੇ ਇਸ ਵਚਨ ਨੂੰ ਸੁਣ ਰਹੇ ਨੇ, ਅੱਜ ਪਰਮੇਸ਼ਰ ਤੁਹਾਡੇ ਨਾਲ ਨਵਾਂ ਵਾਅਦਾ ਕਰ ਰਿਹਾ ਹੈ। ਪਰਮੇਸ਼ਰ ਕਹਿ ਰਿਹਾ ਹੈ ਕਿ ਮੈਂ ਹਾਲਾਤਾਂ ਨੂੰ ਬਦਲਣ ਦੀ ਸਮਰੱਥਾ ਰੱਖਦਾ, ਮੇਰੇ ਤੇ ਈਮਾਨ ਲਿਆ, ਮੇਰੇ ਤੇ ਵਿਸ਼ਵਾਸ ਕਰ, ਤੂੰ ਮੈਨੂੰ ਪੁਕਾਰ, ਇਸ ਸਮੇਂ ਦੇ ਵਿੱਚ ਵੀ ਮੈਨੂੰ ਪੁਕਾਰ, ਮੈਂ ਤੈਨੂੰ ਇਸ ਮੁਸੀਬਤ ਦੇ ਵਿੱਚੋਂ ਵੀ ਕੱਢਾਂਗਾ। ਪਰਮੇਸ਼ਰ ਨੇ ਮੇਰੇ ਨਾਲ ਵਾਅਦਾ ਕੀਤਾ, ਮੇਰੇ ਹਾਲਾਤ ਬਦਲੇ ਨੇ ਤੇ ਅੱਜ ਤੁਹਾਡੇ ਵੀ ਸਾਰਿਆਂ ਦੇ ਹਾਲਾਤ ਬਦਲਣ ਜਾ ਰਿਹਾ ਪਰਮੇਸ਼ਰ ਖੁਦਾਵੰਦ। ਹਾਲੇਲੂਇਆ। ਤੇ ਪਰਮੇਸ਼ਰ ਦੇ ਕੇ ਪੁਕਾਰੋ, ਪਰਮੇਸ਼ਰ ਨੂੰ ਕਹੋ ਜੋ ਵੀ ਪਰਮੇਸ਼ਰ ਤੇਰੇ ਖਿਲਾਫ ਜਾਂ ਮੈਂ ਤੇਰੀ ਵਿਲ, ਤੇਰੀ ਮਰਜ਼ੀ ਨੂੰ ਪੂਰਾ ਨਹੀਂ ਕੀਤਾ ਜੋ ਤੂੰ ਮੇਰੇ ਤੋਂ ਚਾਹਿਆ ਸੀ, ਤਾਂ ਅੱਜ ਪਰਮੇਸ਼ਰ ਉਸ ਚੀਜ਼ ਨੂੰ ਪੂਰਾ ਕਰ ਰਿਹਾ, ਤਸੱਲੀ ਦੇ ਰਿਹਾ ਮੇਰੇ ਭੈਣਾਂ ਭਰਾਵਾਂ ਨੂੰ। ਅੱਜ ਤਸੱਲੀ ਦੇ ਰਿਹਾ ਮੇਰੇ ਭੈਣਾਂ ਭਰਾਵਾਂ ਨੂੰ, ਅੱਜ ਖੁਸ਼ੀ ਦੇ ਰਿਹਾ। ਉਹ ਵਾਅਦਾ ਕਰ ਰਿਹਾ ਪਰਮੇਸ਼ਰ ਖੁਦਾਵੰਦਾ, ਜਿਹਨਾਂ ਦੇ ਹਾਲਾਤ ਵਿਗੜੇ ਹੋਏ ਸੀ, ਅੱਜ ਪਰਮੇਸ਼ਰ ਉਹਨਾਂ ਨਾਲ ਗੱਲਬਾਤ ਕਰ ਰਿਹਾ ਕਿ ਤੇਰੇ ਹਾਲਾਤਾਂ ਨੂੰ ਮੈਂ ਸੁਧਾਰ ਰਿਹਾ, ਕਿ ਇਹਨਾਂ ਰਾਹਾਂ ਦੇ ਵਿੱਚ ਜਿੱਥੇ ਪਰਮੇਸ਼ਰ ਦੇ ਕੋਲੇ ਕੋਈ ਵੀ ਨਹੀਂ ਸੀਗਾ, ਅੱਜ ਉੱਥੇ ਤੇਰੇ ਨਾਲ ਪਰਮੇਸ਼ਰ ਖੜਿਆ ਹੈ। ਜਦੋਂ ਸਾਡੀ ਸੋਚ ਕਹਿ ਰਹੀ ਸੀ ਸਾਡੇ ਨਾਲ ਕੋਈ ਨਹੀਂ, ਅੱਜ ਪਰਮੇਸ਼ਰ ਤੁਹਾਡੇ ਨਾਲ ਖੜ ਰਿਹਾ। ਅੱਜ ਪਰਮੇਸ਼ਰ ਤੁਹਾਨੂੰ ਵਾਅਦਾ ਦੇ ਰਿਹਾ, ਪਰਮੇਸ਼ਰ ਅੱਜ ਫਿਰ ਤੋਂ ਤੁਹਾਨੂੰ ਯਾਦ ਕਰਾ ਰਿਹਾ, ਉਹਦੀ ਮੁਕਤੀ ਨੂੰ ਪਰਮੇਸ਼ਰ ਯਾਦ ਕਰਾ ਰਿਹਾ। ਹਾਲੇਲੂਇਆ। ਮੈਂ ਦੁਆ ਕਰ ਰਿਹਾ ਤੁਹਾਡੇ ਸਭਨਾਂ ਦੇ ਲਈ ਜਿਹੜੇ ਪਰਮੇਸ਼ਰ ਨੂੰ ਰਿਸੀਵ ਕਰ ਰਹੇ ਨੇ, ਜਿਹੜੇ ਵਿੱਚ ਵਚਨ ਨੂੰ ਰਿਸੀਵ ਕਰ ਰਹੇ ਨੇ ਤੇ ਮਾਫੀ ਮੰਗ ਰਹੇ ਨੇ ਪਰਮੇਸ਼ਰ ਤੋਂ, ਤੇ ਆਪਣੇ ਹਾਲਾਤਾਂ ਨੂੰ ਬਦਲਦਾ ਦੇਖ ਰਹੇ ਨੇ ਆਪਣੀਆਂ ਜ਼ਿੰਦਗੀਆਂ ਦੇ ਵਿੱਚ। ਇਸੇ ਸਮੇਂ ਪ੍ਰਭੂ ਯਿਸੂ ਮਸੀਹ, ਮੈਂ ਤੇਰਾ ਧੰਨਵਾਦ ਕਰਦਾ, ਮੈਂ ਤੇਰਾ ਸ਼ੁਕਰ ਕਰਦਾ, ਮੈਂ ਤੇਰੀ ਤਾਰੀਫ ਕਰਦਾ ਪਰਮੇਸ਼ਰ ਖੁਦਾਵੰਦਾ। ਇਸੇ ਸਮੇਂ ਤੇਰੀ ਮਰਜ਼ੀ ਉਹਨਾਂ ਦੀ ਜ਼ਿੰਦਗੀ 'ਚ ਪੂਰੀ ਹੋ ਜਾਵੇ ਪਰਮੇਸ਼ਰ ਖੁਦਾਵੰਦਾ। ਇਹਨਾਂ ਹਾਲਾਤਾਂ ਦੇ ਵਿੱਚ ਜਿੱਥੇ ਉਹਨਾਂ ਦੀ ਸੋਚ ਖਤਮ ਹੋ ਗਈ ਸੀ, ਜਿੱਥੇ ਉਹਨਾਂ ਨੂੰ ਇੱਕ ਲੜਨ ਦੀ ਸ਼ਕਤੀ ਨਹੀਂ ਸੀ ਮਿਲ ਰਹੀ, ਨਵੀਂ ਹੋਪ ਨਹੀਂ ਸੀ ਮਿਲ ਰਹੀ, ਅੱਜ ਪਰਮੇਸ਼ਰ ਤੇਰੀ ਮਰਜ਼ੀ, ਤੇਰੀ ਨਵੀਂ ਹੋਪ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜਾ ਰਹੀ ਹੈ। ਨਵੀਂ ਜਿਹੜੀ ਗੱਲਬਾਤ ਉਹਨਾਂ ਦੇ ਨਾਲ, ਅੱਜ ਨਵਾਂ ਵਾਅਦਾ ਹੋ ਰਿਹਾ ਪਰਮੇਸ਼ਰ ਖੁਦਾਵੰਦਾ। ਕੋਈ ਵੀ ਰੁਕਾਵਟ ਸੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ, ਉਹ ਅੱਜ ਦੂਰ ਹੋ ਰਹੀ ਹੈ ਪਰਮੇਸ਼ਰ ਖੁਦਾਵੰਦਾ। ਜਿਹੜੇ ਭੈਣ ਭਰਾ ਪ੍ਰਭੂ ਯਿਸੂ ਮਸੀਹ ਤੇਰੇ ਭਵਨ ਤੋਂ ਵੀ ਜਾਂ ਤੇਰੇ ਕਲਾਮ ਤੋਂ ਦੂਰ ਹੋਏ ਨੇ ਇਹਨਾਂ ਬੀਤੇ ਸਮਿਆਂ ਦੇ ਵਿੱਚ, ਤੂੰ ਉਹਨਾਂ ਨਾਲ ਗੱਲਬਾਤ ਕਰ, ਉਹਨਾਂ ਨੂੰ ਅੱਜ ਉਹ ਵਾਅਦਾ ਯਾਦ ਕਰਾ ਰਿਹਾ ਹੈ, ਉਹ ਕੰਮ ਯਾਦ ਕਰਾ ਰਿਹਾ ਜਦੋਂ ਉਹਨਾਂ ਨੇ ਤੈਨੂੰ ਪੁਕਾਰਿਆ ਸੀਗਾ। ਅੱਜ ਤੂੰ ਉਹਨਾਂ ਦੇ ਨਾਲ ਉਹ ਵਾਅਦਾ ਨਵੇਂ ਸਿਰੇ ਤੋਂ ਕਰ ਰਿਹਾ, ਕਿ ਉਹਨਾਂ ਨੂੰ ਯਾਦ ਕਰਾ ਰਹੇ ਹੈ ਕਿ ਜਦੋਂ ਉਹਨਾਂ ਨੇ ਮੈਨੂੰ ਔਖੇ ਸਮੇਂ ਘੜੀ ਪੁਕਾਰਿਆ ਸੀ, ਕਿ ਤੁਸੀਂ ਉਹਨਾਂ ਦੀ ਜ਼ਿੰਦਗੀ 'ਚ ਜੋ ਕੰਮ ਕੀਤੇ ਸੀ, ਤੇ ਅੱਜ ਤੂੰ ਉਹਨਾਂ ਨੂੰ ਯਾਦ ਕਰਾ ਰਹੇ ਹੈ ਕਿ ਉਹ ਫਿਰ ਤੋਂ ਤੇਰੇ 'ਚ ਵਾਪਸ ਉਸੇ ਵਫਾਦਾਰੀ ਨਾਲ ਆਉਣ। ਉਹ ਗੱਲਾਂ ਬਾਤਾਂ ਕਰਨ ਵਾਲੇ ਮਸੀਹ ਨਹੀਂ ਪਰਮੇਸ਼ਰ ਖੁਦਾਵੰਦਾ, ਬਲਕਿ ਉਸ ਨੂੰ ਐਕਸ਼ਨ ਦੇ ਵਿੱਚ ਕਰਨ ਵਾਲੇ ਮਸੀਹ ਹੋਣ ਪਰਮੇਸ਼ਰ ਖੁਦਾਵੰਦਾ। ਇਹ ਪਰਮੇਸ਼ਰ ਤੇਰਾ ਵਾਅਦਾ ਉਹਨਾਂ ਦੇ ਉੱਤੇ ਪਹੁੰਚੇ ਪਰਮੇਸ਼ਰ ਖੁਦਾਵੰਦਾ, ਜਿਹੜੇ ਮਾਫੀ ਮੰਗ ਰਹੇ ਨੇ ਆਪਣੀ ਜ਼ਿੰਦਗੀਆਂ ਦੇ ਤੋਂ, ਆਪਣੀਆਂ ਜ਼ਿੰਦਗੀਆਂ ਲਈ ਜਿਹੜਿਆਂ ਨੇ ਕੁਝ ਗਲਤ ਅਗਰ ਉਹਨਾਂ ਤੋਂ ਲੱਗ ਰਿਹਾ ਹੋਇਆ, ਜਾਂ ਜੋ ਤੇਰੀ ਮਰਜ਼ੀ ਸੀ ਉਸ ਨੂੰ ਨਹੀਂ ਪੂਰਾ ਕਰ ਪਾਈ ਪਰਮੇਸ਼ਰ ਖੁਦਾਵੰਦਾ, ਮੈਂ ਉਹਨਾਂ ਲਈ ਵੀ ਦੁਆ ਕਰਦਾ ਕਿ ਤੁਸੀਂ ਉਹਨਾਂ ਦੀ
ਪ੍ਰਾਰਥਨਾ ਨੂੰ ਸੁਣ ਲਿਆ ਪਰਮੇਸ਼ਰ ਖੁਦਾਵੰਦਾ। ਇਸ ਸਮੇਂ ਪਰਮੇਸ਼ਰ ਤੇਰੀ ਰੂਹ ਪਾਕ ਪਵਿੱਤਰ ਆਤਮਾ ਉਹਨਾਂ ਤੇ ਉਤਰੇ ਪਰਮੇਸ਼ਰ ਖੁਦਾਵੰਦਾ। ਇਸ ਸਮੇਂ ਉਹਨਾਂ ਨੂੰ ਉਹ ਵਾਅਦੇ ਉਸ ਤਰ੍ਹਾਂ ਦੇ ਨਾਲ ਵਿਸ਼ਵਾਸ ਦੇ ਨਾਲ ਉਹਨਾਂ ਨੂੰ ਪਰਮੇਸ਼ਰ ਬਲੈਸ ਕਰ ਦੇ, ਚੰਗਿਆਈ ਦੇ ਦੇ ਤੇਰੀ ਯਿਸੂ ਨਾਮ ਦੇ ਵਿੱਚ ਪਰਮੇਸ਼ਰ ਖੁਦਾਵੰਦਾ। ਹਾਲੇਲੂਇਆ। ਇਸ ਮੀਟਿੰਗ ਦੇ ਲਈ ਵੀ ਜਿੰਨੇ ਵੀ ਮੇਰੇ ਭੈਣ ਭਰਾ ਆ ਪਾਏ ਪਰਮੇਸ਼ਰ ਖੁਦਾਵੰਦਾ, ਸਭਨਾਂ ਦੇ ਲਈ ਤੇਰਾ ਧੰਨਵਾਦ ਕਰਦੇ ਹਾਂ, ਸਭਨਾਂ ਨੂੰ ਬਰਕਤ ਦੇਣਾ। ਜਿਨ੍ਹਾਂ ਨੇ ਵੀ ਮੇਰੇ ਭੈਣਾਂ ਭਰਾਵਾਂ ਨੇ ਇਸ ਵਚਨ ਨੂੰ ਰਿਸੀਵ ਕੀਤਾ, ਸਮਝਿਆ, ਜਾਣਿਆ ਅੱਛੇ ਤਰੀਕੇ ਪਰਮੇਸ਼ਰ ਖੁਦਾਵੰਦਾ ਤੇਰੇ ਵਾਅਦਿਆਂ ਨੂੰ ਦੇਖਿਆ ਕਿ ਤੁਸੀਂ ਉਹਨਾਂ ਦੇ ਨਾਲ ਹੋ। ਉਹਨਾਂ ਦੀਆਂ ਸੋਚਾਂ ਖਤਮ ਨੇ ਪਰ ਤੇਰੀ ਸੋਚ ਨਹੀਂ ਖਤਮ ਹੋਈ ਪਰਮੇਸ਼ਰ। ਤੇਰੇ ਵਾਅਦੇ ਉਹਨਾਂ ਦੇ ਲਈ ਨਹੀਂ ਭੁੱਲੇ ਹੈਗੇ ਤੇ ਅੱਜ ਉਹਨਾਂ ਚੀਜ਼ਾਂ ਨੂੰ ਪਰਮੇਸ਼ਰ ਉਹ ਯਾਦ ਕਰ ਪਾਏ। ਉਹ ਪਰਮੇਸ਼ਰ ਖੁਦਾਵੰਦਾ ਫਿਰ ਤੋਂ ਇੱਕ ਤਰ੍ਹਾਂ ਤੋਂ ਅੱਜ ਇੱਕ ਨਵਾਂ ਉਤਸ਼ਾਹਪਨ ਉਹਨਾਂ ਦੇ ਵਿੱਚ ਆਵੇ, ਇੱਕ ਨਵੀਂ ਸੋਚ ਆ ਜਾਵੇ, ਇੱਕ ਨਵੀਂ ਬੁਨਿਆਦ ਅੱਜ ਤੋਂ ਪਰਮੇਸ਼ਰ ਖੁਦਾਵੰਦਾ ਉਹਨਾਂ ਦੇ ਵਿੱਚ ਉਹ ਸ਼ਕਤੀ ਆ ਜਾਵੇ, ਉਤਸ਼ਾਹਿਤਪਨ ਆ ਜਾਵੇ ਤੇਰੇ ਯਿਸੂ ਮਸੀਹ ਨਾਮ ਦੇ ਵਿੱਚ। ਸਾਰੀ ਆਦਰ ਸਾਰੀ ਮਹਿਮਾ ਪਰਮੇਸ਼ਰ ਖੁਦਾਵੰਦਾ ਇਸ ਮੀਟਿੰਗ ਦੇ ਲਈ, ਇਸ ਨੈਟਵਰਕ ਦੇ ਲਈ ਸਾਰਾ ਤੇਰਾ ਧੰਨਵਾਦ ਕਰਦੇ ਹਾਂ ਕਿ ਤੂੰ ਅੱਛੇ ਤਰੀਕੇ ਕਰਾਇਆ। ਅਸੀਂ ਸਾਰੀ ਆਦਰ ਸਾਰੀ ਮਹਿਮਾ ਤੇਰੇ ਨਾਮ ਨੂੰ ਦੇ ਕੇ ਇਸ ਪੂਰੀ ਦੁਆ ਨੂੰ ਤੁਹਾਡੇ ਪਿਆਰੇ ਪੁੱਤਰ ਪ੍ਰਭੂ ਯਿਸੂ ਮਸੀਹ ਦੇ ਪਾਕ ਪਵਿੱਤਰ ਸਲਾਰੀ ਨਾਮ ਚ ਮੰਗਦੇ ਹਾਂ। ਆਮੀਨ 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 ਹਾਲੇਲੂਇਆ। ਥੈਂਕ ਯੂ। ਆਮੀਨ ਹਾਲੇਲੂਇਆ। ਪਰਮੇਸ਼ਰ ਤੁਹਾਨੂੰ ਸਭ ਨੂੰ ਬਰਕਤ ਦੇਣ, ਪਰਮੇਸ਼ਰ ਸਭ ਨੂੰ ਬਲੈਸ ਕਰਨ। ਤੇ ਬਹੁਤ ਵਧੀਆ ਮੀਟਿੰਗ ਗਈ ਹੈ। ਆਈ ਹੋਪ ਕਿ ਜਿੰਨਾ ਮੈਂ ਵਚਨ ਤੇ ਜੋ ਵੀ ਵਰਸ਼ਿਪ ਜਾਂ ਗਵਾਹੀ ਹੋਈ ਤੁਸੀਂ ਸਾਰੇ ਬਲੈਸ ਹੋਏ ਹੋ। ਪਰਮੇਸ਼ਰ ਤੁਹਾਨੂੰ ਸਭ ਨੂੰ ਬਰਕਤ ਦੇਣ, ਚੰਗਿਆਈ ਦੇਣ, ਖੁਦਾਵੰਦ ਤੁਹਾਨੂੰ ਬਰਕਤ ਦੇਣ। ਥੈਂਕ ਯੂ। ਆਮੀਨ ਆਮੀਨ।